जी की बिरथा होए, जी की बिरथा होए, सो गुर पै अरदास कर, गुर पै अरदास कर, सो गुर पै अरदास कर, गुर पै अरदास कर। ਛੋਟ ਸਿਆਣਪ ਸਗਲ ਮਨ ਤਨ ਅਰਪ ਧਰ, ਛੋਟ ਸਿਆਣਪ ਸਗਲ ਮਨ ਤਨ ਅਰਪ ਧਰ। ਛੋਟ ਸਿਆਣਪ ਸਗਲ ਮਨ ਤਨ ਅਰਪ ਧਰ, ਛੋਟ ਸਿਆਣਪ ਸਗਲ ਮਨ ਤਨ ਅਰਪ ਧਰ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਗੁਰ ਪੈ ਅਰਦਾਸ ਕਰ, ਗੁਰ ਪੈ ਅਰਦਾਸ ਕਰ, ਗੁਰ ਪੈ ਅਰਦਾਸ ਕਰ। ਵਾਹਿਗੁਰੂ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਆ ਘਰ ਨਾਨਕ ਆਵੈ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ। ਪ੍ਰਥਮ ਪੰਘਾਤੀ ਸਿਮਰਤੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ, ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਨਕ ਆਵੈ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਹਾਏ। ਵਾਹਿਗੁਰੂ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਔਰ ਵੱਡੇ ਵੱਡਾ ਭਾਰ ਤੇਰਾ ਮਤਬਾ, ਰੰਗ ਰੰਗ ਨਿਨ ਜਪਨ ਕਰਤਵਾ, ਜੀਆਂ ਅੰਦਰ ਜੀਉ ਸਭ ਜਾਣ ਲਾ। ਸਭ ਤੇਰਾ ਵਸ ਤੇਰਾ ਘਰ ਭਲਾ, ਤੇਰਾ ਘਰ ਆਨੰਦ ਵਾਈ ਤੁਧ ਘਰ। ਮਾਨ ਮਹਤ ਤੇ ਆਪਣਾ ਆਪ ਜਾਣ, ਸਰਬ ਕਲਾ ਭਰਪੂਰ ਦੀ ਸਹਿਜਤ ਕਥਾ। ਨਾਨਕ ਦਾਸ ਦਾਸ ਤੁਧ ਆਗੈ ਬਿਨ ਮਤਾ, ਬਿਨ ਮਤਾ। ਬਿਨਵਤਾ। ਪੌੜੀ ਵੱਡਿਓ ਡਾ ਪਾਰ ਤੇਰਾ ਅੰਮ੍ਰਿਤਮਾ ਰੰਗ ਪ੍ਰੰਗ ਨੇਕ ਨਾ ਜਾਪਨ ਕਰਤਵਾ, ਜੀਆਂ ਅੰਦਰ ਜੀਉ ਸਭ ਕਿਛ ਜਾਣ ਲਾ। ਸਭ ਕਿਛ ਤੇਰੇ ਵਸ ਤੇਰਾ ਘਰ ਭਲਾ ਤੇਰੇ, ਘਰ ਆਨੰਦ ਵਧਾਈ ਤੁਧ ਘਰ ਮਾਨ ਮਹਤਾ ਤੇਜ। ਆਪਣਾ ਆਪ ਜਰ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ।
ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸਲੋ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸਰਾ ਦੇ ਦਾਇ ਦਾਇਆ ਹਿਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਪੰਕਜ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ
ਜੇ ਕੇ ਫਤਿਹ ਹੈ ਬਿਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ਼ੇਖ ਕੈ ਨਾਨਕ ਤਪਾ ਕੇਤਕ ਤੂੰ ਅਧਿਕਾਈ। ਨਦਰ ਤਰੇ ਆਨਤ ਨਹੀਂ ਦੋਨੋਂ ਪੱਖ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ। ਬੜਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰਦੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਵਾਰੇ ਖਾਨ ਨੂੰ ਕਰਤਾਰਥ ਕਰਕੇ ਸ਼ੇਖ ਅਬਦੁਲ ਰਹਿਮਾਨ ਨੂੰ ਕਰਤਾਰਥ ਕਰਨ ਆਏ ਹਨ। ਜੋ ਅਬਦੁਲ ਰਹਿਮਾਨ ਪਹਿਲਾਂ ਹੰਕਾਰ 'ਚ ਕਹਿੰਦਾ ਸੀ ਕਿ ਮੈਂ ਗੁਰੂ ਨਾਨਕ ਤਪੇ ਨੂੰ ਉੱਥੋਂ ਉਠਾ ਦਿਆਂਗਾ। ਸਤਿਗੁਰੂ ਜੀ ਜਦੋਂ ਆ ਕੇ ਅਬਦੁਲ ਰਹਿਮਾਨ ਨੂੰ ਮਿਲੇ ਕਹਿਣ ਲੱਗਾ ਮਹਾਰਾਜ ਕੀ ਹਾਲ ਨੇ ਆਪ ਜੀ ਦੇ। ਸਤਿਗੁਰੂ ਜੀ ਕਹਿੰਦੇ ਖੈਰ ਸੀ ਪਰ ਹੁਣ ਖੈਰ ਨਹੀਂ। ਕਹਿਣ ਲੱਗਾ ਜੀ ਇਹਦਾ ਕੀ ਮਤਲਬ। ਪਾਤਸ਼ਾਹ ਕਹਿੰਦੇ ਪਹਿਲਾਂ ਤਾਂ ਖੈਰ ਸੀ ਪਰ ਹੁਣ ਤੂੰ ਕਹਿਣਾ ਵੀ ਮੈਂ ਨਾਨਕ ਤਪੇ ਨੂੰ ਉਠਾ ਦੇਣਾ ਤਾਂ ਅਸੀਂ ਕਹਿੰਦੇ ਆ ਵੀ ਖੈਰ ਨਹੀਂ। ਇਹ ਦੱਸ ਵੀ ਅਸੀਂ ਕਿਹੜੀ ਤੇਰੀ ਭੂਮੀ ਦੱਬ ਕੇ ਬੈਠੇ ਆ ਜਿੱਥੋਂ ਤੂੰ ਉਠਾਉਣਾ ਹੈ, ਜਾਂ ਅਸੀਂ ਤੇਰੇ ਕੋਲੋਂ ਕੋਈ ਕਰਜ਼ਾ ਲਿਆ ਹੈ ਤੂੰ ਉਹਦੇ ਵਾਸਤੇ ਗੱਲਾਂ ਕਰਦਾ ਹੈ। ਅੱਗੋਂ ਮੁਕਰਦਾ ਹੋਇਆ ਬੋਲਿਆ ਕਹਿੰਦਾ ਜੀ ਮੈਂ ਤਾਂ ਇਹ ਗੱਲ ਆਖੀ ਨਹੀਂ। ਲਾਗਿਓਂ ਭਾਰੇ ਖਾਨ ਬੋਲਿਆ ਕਹਿੰਦਾ ਝੂਠ ਕਿਉਂ ਬੋਲਦਾ, ਮੇਰੇ ਸਾਹਮਣੇ ਕਿਹਾ। ਹੁਣ ਆਖ ਸਾਹਮਣੇ ਜੋ ਤੇਰੇ ਅੰਦਰ ਹੈ। ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਹੰਕਾਰ ਵਿੱਚ ਈਰਖਾਵਸ ਹੋ ਕੇ ਪੁੱਛਦਾ ਦੱਸੋ ਜੀ ਕੌਣ ਵੱਡਾ, ਹਿੰਦੂ ਕੇ ਮੁਸਲਮਾਨ। ਪਾਤਸ਼ਾਹ ਕਹਿੰਦੇ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ ਤੇ ਇਹਦਾ ਹਿਰਦਾ ਨਰਮ ਹੋਇਆ। ਗਰੀਬ ਨਵਾਜ ਪਾਤਸ਼ਾਹ ਜੀ ਨੂੰ ਪੁੱਛਦਾ ਹੈ ਮਹਾਰਾਜ ਤੁਹਾਡੀ ਦ੍ਰਿਸ਼ਟੀ ਕਿੱਥੇ ਹੈ, ਤੁਹਾਡੀ ਨਜ਼ਰ ਕਿੱਥੇ ਤੱਕ ਹੈ ਕਿ ਤੁਸੀਂ ਦੋਨਾਂ ਪੱਖਾਂ ਨੂੰ ਨਹੀਂ ਸਮਝਦੇ, ਦੋਨਾਂ ਤੋਂ ਪਰੇ ਜਾ ਕੇ ਆਪਣੀ ਖੇਡ ਦੱਸਦੇ ਹੋ, ਕਿੱਥੇ ਤੱਕ ਆਪ ਜੀ ਦੀ ਨਜ਼ਰ ਹੈ। ਤੋ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਅਬਦੁਲ ਰਹਿਮਾਨ ਫਕੀਰ ਨਾਲ ਇਹ ਸ਼ੇਖ ਸੀ ਜਾਤੀ ਕਰਕੇ ਇਹਦੇ ਨਾਲ ਬਚਨ ਵਿਲਾਸ ਹੋ ਰਹੇ ਨੇ। ਸਰਵਣ ਕਰੀਏ। ਅੱਗੇ ਸਿੱਖਾਂ ਦੀ ਭਗਤ ਮਾਲਾ ਚੱਲ ਰਹੀ ਹੈ। ਆਉਣ ਵਾਲੇ ਪ੍ਰਸੰਗਾਂ ਵਿੱਚ ਉਹਨਾਂ ਗੁਰਸਿੱਖਾਂ ਦਾ ਜ਼ਿਕਰ ਆ ਰਿਹਾ ਜਿਨ੍ਹਾਂ ਦਾ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ 'ਚ ਜ਼ਿਕਰ ਕੀਤਾ ਹੈ। ਭਾਈ ਪ੍ਰਿਥਾ ਖੇਡਾ, ਭਾਈ ਮੂਲਾ ਕੀੜ, ਭਾਈ ਪ੍ਰਿਥੀ ਮਲ, ਸਹਿਗਲ, ਰਾਮਾ, ਡਿੱਡੀ, ਇਹ ਸਾਰੇ ਸਿੱਖ ਸਨ ਪੁਰਾਤਨ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ। ਉਹਨਾਂ ਨੂੰ ਜਿਵੇਂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਉਹ ਕਥਾ ਵਿਸਥਾਰ ਸਹਿਤ ਮਹਾਕਵੀ ਜੀ ਅੱਗੇ ਦੱਸ ਰਹੇ ਨੇ। ਕਿਉਂਕਿ ਭਾਈ ਗੁਰਦਾਸ ਜੀ ਨੇ 11ਵੀਂ ਵਾਰ 'ਚ ਸਿੱਖਾਂ ਦਾ ਜ਼ਿਕਰ ਕੀਤਾ ਹੈ।
ਉਹਦਾ ਫਿਰ ਅੱਗੇ ਉਹਦੀ ਵਿਆਖਿਆ ਜਿਹੜੀ ਹੈ, ਜਿਹਨੂੰ ਸਿੱਖਾਂ ਦੀ ਭਗਤਮਾਲਾ ਕਹਿੰਦੇ, ਉਹ ਫਿਰ ਭਾਈ ਮਨੀ ਸਿੰਘ ਸਾਹਿਬ ਨੇ ਕੀਤੀ ਹੈ, ਜਿਨ੍ਹਾਂ ਦਾ ਪਰਸੋਂ ਆਪਾਂ ਸ਼ਹੀਦੀ ਪੁਰਬ ਮਨਾ ਕੇ ਹਟੇ ਹਾਂ, ਸ਼ਹੀਦੀ ਦਿਹਾੜਾ। ਭਾਈ ਸਾਹਿਬ ਜੀ ਨੇ ਜਿਹੜੀ ਸਿੱਖਾਂ ਦੀ ਭਗਤਮਾਲਾ ਲਿਖੀ, ਉਹਦਾ ਵਿਸਥਾਰ ਫਿਰ ਅੱਗੇ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਕੀਤਾ ਹੈ। ਉਹ ਕਥਾ ਆਪਾਂ ਸਰਵਣ ਕਰਨੀ ਹੈ, ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ, ਸਿੰਘ ਬੁੱਗੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਐਸੇ ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਹਿਰਦੇ 'ਚ ਵਸਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ੇਖ ਕਏ ਨਾਨਕ ਤਪਾ, ਕੀਤਕ ਤੂੰ ਅਧਿਕਾਈ। ਸ਼ੇਖ ਬੋਲਿਆ ਜਿਹਦਾ ਨਾਮ ਅਬਦੁਲ ਰਹਿਮਾਨ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਜੀ ਤੁਹਾਡੀ ਕਿਤਨੀ ਕੁ ਅਦਕ ਵਿਰਤੀ ਹੈ, ਕਿੱਥੇ ਤੱਕ ਤੁਸੀਂ ਆਪਣੀ ਨਦਰ ਨੂੰ ਰੱਖਿਆ ਹੋਇਆ ਹੈ। ਨਦਰ ਤਰੇ ਆਨਤ ਨਹੀਂ, ਦੋਨੋਂ ਪੱਖ ਗਵਾਈ। ਤੁਸੀਂ ਆਪਣੀ ਨਜ਼ਰ ਥੱਲੇ ਨਾ ਹਿੰਦੂਆਂ ਨੂੰ ਲਿਆਉਂਦੇ ਹੋ, ਨਾ ਮੁਸਲਮਾਨਾਂ ਨੂੰ ਲਿਆਉਂਦੇ ਹੋ, ਤੁਸੀਂ ਇਹ ਦੋਵੇਂ ਪੱਖ ਗਵਾ ਦਿੱਤੇ ਨੇ। ਤੁਸੀਂ ਆਪਣੀ ਨਜ਼ਰ ਕਿੱਥੇ ਤੱਕ ਦੂਰ ਰੱਖੀ ਹੋਈ ਹੈ। ਚੌਪਈ ਸ੍ਰੀ ਗੁਰ ਬੋਲੇ ਨਦਰ ਸੁਦੂਰ। ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਸ਼ੇਖ ਜੀ ਸਾਡੀ ਨਜ਼ਰ ਦੂਰ ਹੈ, ਦੇ ਲੰਮੀ ਨਜ਼ਰ ਨਿਹਾਲੀ ਹੈ, ਅਸੀਂ ਲੰਮੀ ਦੂਰ ਨਿਗਾਹ ਮਾਰ ਕੇ ਨਿਰੰਕਾਰ ਵੱਲ ਵੇਖਿਆ ਹੈ। ਇੱਕ ਅਕਾਲ ਕੇ ਰਹੇ ਹਦੂਰ। ਅਸੀਂ ਇੱਕ ਅਕਾਲ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੇ ਹਜ਼ੂਰ ਰਹਿੰਦੇ ਹਾਂ। ਅਸੀਂ ਨਿਰੰਕਾਰ ਨੂੰ ਆਪਣੇ ਹਾਜ਼ਰ ਹਜ਼ੂਰ ਕਰਕੇ ਜਾਣਦੇ ਹਾਂ ਔਰ ਉਸੇ ਦੇ ਹਜ਼ੂਰ ਵਰਤਦੇ ਹਾਂ। ਸੁਨੋ ਸ਼ੇਖ ਇਹ ਨੀਕੀ ਬਾਤ। ਇਹ ਸ਼ੇਖ ਅਬਦੁਲ ਰਹਿਮਾਨ, ਇਹ ਗੱਲ ਚੰਗੀ ਤਰ੍ਹਾਂ ਸਮਝ ਲੈ, ਇਹ ਭਲੀ ਬਾਤ ਹੈ। ਆਪਾ ਖੋਏ ਕੀਓ ਮਨ ਸ਼ਾਂਤ। ਕਿ ਆਪਣਾ ਆਪਾ ਖੋ ਕੇ ਗੁਰਮੁਖ ਨੂੰ, ਸਾਧੂ ਨੂੰ ਆਪਣਾ ਮਨ ਸ਼ਾਂਤ ਕਰਨਾ ਚਾਹੀਏ। ਮਨ ਉਦੋਂ ਸ਼ਾਂਤ ਹੁੰਦਾ ਜਦੋਂ ਆਪਣਾ ਆਪਾ ਗਵਾ ਦਈਏ। ਜਦੋਂ ਤੱਕ ਆਪਣਾ ਆਪਾ ਹੈ ਉਦੋਂ ਤੱਕ ਮਨ ਅਸ਼ਾਂਤ ਹੈ। ਪਾਤਸ਼ਾਹ ਕਹਿੰਦੇ ਆਪਾ ਗਵਾ ਕੇ ਮਨ ਸ਼ਾਂਤ ਕਰੀਦਾ ਹੈ। ਤਿਨਈ ਏਕ ਨਿਰੰਜਨ ਪਾਇਆ। ਜਿਨ੍ਹਾਂ ਨੇ ਆਪਾ ਗਵਾ ਕੇ ਆਪਣਾ ਮਨ ਸ਼ਾਂਤ ਕੀਤਾ ਹੈ, ਉਹਨਾਂ ਨੇ ਇੱਕ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕੀਤਾ ਹੈ। ਨਾਮ ਜਪਤ ਜਿਨ ਆਪ ਗਵਾਇਆ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਦਿਆਂ, ਨਾਮ ਆਰਾਧਦਿਆਂ, ਨਾਮ ਸਿਮਰਦਿਆਂ ਆਪਣਾ ਆਪਾ ਗਵਾਇਆ ਹੈ, ਆਪਣੇ ਆਪੇ ਦੀ ਨਿਰਵਿਰਤੀ ਕੀਤੀ ਹੈ। ਖਾਲਕ ਏਕੈ ਖਲਕ ਬਨਾਈ। ਉਹਨਾਂ ਨੇ ਜਾਣ ਲਿਆ ਕਿ ਇੱਕੋ ਖਾਲਕ ਪਰਮੇਸ਼ਰ ਨੇ ਸਾਰੀ ਖਲਕਤ ਬਣਾਈ ਹੈ। ਉਹਨਾਂ ਦੀ ਦ੍ਰਿਸ਼ਟੀ ਫਿਰ ਉਸ ਖਾਲਕ ਪਰਮੇਸ਼ਰ ਤੇ ਹੁੰਦੀ ਹੈ। ਉਹ ਵੇਖ ਲੈਂਦੇ ਨੇ, ਜਾਣ ਲੈਂਦੇ ਨੇ ਕਿ ਇੱਕ ਅਕਾਲ ਪੁਰਖ ਪਰਮੇਸ਼ਰ ਨੇ ਹੀ ਪੰਜਾਂ ਤੱਤਾਂ ਤੋਂ ਇਸ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ। ਇੱਕ ਅਕਾਲ ਪੁਰਖ ਨੇ ਇਹ ਸਾਰੀ ਬਣਾਵਟ ਬਣਾਈ ਹੈ। ਭਲਾ ਜੋ ਬੁਰਾ ਨੀਚ ਉਚਤਾਈ। ਜਿਨ੍ਹਾਂ ਨੂੰ ਤੁਸੀਂ ਭਲਾ ਕਹਿੰਦੇ ਹੋ, ਚਾਹੇ ਬੁਰਾ ਕਹਿੰਦੇ ਹੋ, ਉੱਚਾ ਕਹਿੰਦੇ ਹੋ, ਨੀਵਾਂ ਕਹਿੰਦੇ ਹੋ, ਨਹੀਂ ਆਪ ਤੇ ਕੋ ਪਇਓ। ਇਹ ਸਭ ਆਪਣੇ ਆਪ ਤਾਂ ਨਹੀਂ ਨਾ ਬਣੇ। ਮਹਾਰਾਜ ਜੀ ਕਹਿੰਦੇ, ਸ਼ੇਖ ਜੀ ਇਹ ਸਭ ਆਪਣੇ ਆਪ ਨਹੀਂ ਬਣੇ ਹੋਏ, ਇਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਉਹ ਅਕਾਲ ਪੁਰਖ ਪਰਮੇਸ਼ਰ ਕਰਤਾ ਹੈ। ਤਿਉ ਸਭ ਹੋਏ ਜਿਉ ਨਿਰਮੋਇਓ। ਜਿਵੇਂ ਪਾਰ ਬ੍ਰਹਮ ਪਰਮੇਸ਼ਰ ਨੇ ਨਿਰਮਏ ਇਹਨਾਂ ਨੂੰ ਪੈਦਾ ਕੀਤਾ, ਤਿਵੇਂ ਪੈਦਾ ਹੋਏ ਹਨ। ਅਸ ਕੈ ਕਿਰਪਾ ਦ੍ਰਿਸ਼ਟ ਕੋ ਦੇਖੀ। ਏਦਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ
ਸ਼ੇਖ ਅਬਦੁਲ ਰਹਿਮਾਨ ਵੱਲ ਵੇਖਿਆ। ਕੀਨੋ ਦੂਰ ਹੰਕਾਰ ਵਿਸ਼ੇਖੀ। ਬਸ ਵੇਖਣ ਦੀ ਦੇਰੀ ਸੀ, ਸਤਿਗੁਰੂ ਜੀ ਨੇ ਤਤਕਾਲ ਉਸੇ ਵਕਤ ਹੀ ਸ਼ੇਖ ਦੇ ਅੰਦਰ ਜਿਤਨਾ ਹੰਕਾਰ ਸੀ ਉਹ ਨਿਵਾਰ ਦਿੱਤਾ। ਇਹਦੇ ਅੰਦਰੋਂ ਹੰਕਾਰ ਦਾ ਪਰਦਾ ਦੂਰ ਕਰ ਦਿੱਤਾ। ਦੋਹਰਾ ਅਦਰੈ ਮਾਨ ਸੁਨ ਕਾਨ ਇਵ ਕਨੋ ਦੀਨ ਮਨ ਹੋਏ। ਅਬਦੁਲ ਰਹਿਮਾਨ ਨੇ ਜਦੋਂ ਸਤਿਗੁਰੂ ਜੀ ਦੇ ਇਹ ਬਚਨ ਸੁਣੇ, ਸੁਣ ਕੇ ਬਹੁਤ ਵਿਨਮਰ ਹੋ ਗਿਆ। ਮਨ ਚ ਦੀਨ ਭਾਵ। ਖਾਲਸਾ ਜੀ, ਹੰਕਾਰ ਦਾ ਪਰਦਾ ਇਦਾਂ ਜਿਵੇਂ ਪੰਬੀਰੀ ਦਾ ਖੰਭ ਹੁੰਦਾ ਨਾ, ਬੜਾ ਬਾਰੀਕ ਸੂਖਮ, ਇਉਂ ਕਹਿੰਦੇ ਹਿਰਦੇ ਚ ਹੰਕਾਰ ਦਾ ਪਰਦਾ ਹੈ। ਆਪਣੇ ਆਪ ਨਜ਼ਰ ਨਹੀਂ ਆਉਂਦਾ। ਸਤਿਗੁਰੂ ਜੀ ਜਦੋਂ ਦਇਆ ਕਰਦੇ ਹਨ, ਫਿਰ ਉਸ ਹੰਕਾਰ ਦੇ ਪਰਦੇ ਦੀ ਨਿਰਵਿਰਤੀ ਹੁੰਦੀ ਹੈ। ਸ਼ੇਖ ਦੇ ਹਿਰਦੇ 'ਚ ਜਿਤਨਾ ਹੰਕਾਰ ਸੀ ਉਹ ਨਿਰਵਿਰਤ ਹੋਇਆ। ਦੀਨ ਤੇ ਵਿਨਿਮਰ ਹੋ ਕੇ ਸਤਿਗੁਰੂ ਜੀ ਦੇ ਸਾਨਮੁਖ ਖੜਾ ਹੈ। ਚਰਨ ਗਏ ਦ્વੈ ਹਾਥ ਸੋ ਬਿਨਤੀ ਬੋਰ ਬਗੋਏ। ਸਤਿਗੁਰੂ ਜੀ ਦੇ ਚਰਨ ਪਕੜ ਕੇ ਨਮਸਕਾਰ ਕਰਦਾ ਹੈ ਔਰ ਬੜੇ ਵਿਨਿਮਰ ਭਾਵ ਨਾਲ ਸ਼ੇਖ ਅਬਦੁਲ ਰਹਿਮਾਨ ਬੇਨਤੀ ਕਰਦਾ ਹੈ। ਜੋ ਪਈ ਤਪਾ ਬਖਸ਼ੀਏ ਖਤਾ ਹਮਾਰੀ। ਕਹਿਣ ਲੱਗਾ, ਹੇ ਤਪਾ ਜੀ, ਕਿਰਪਾ ਕਰੋ ਮੇਰੀ ਖਤਾ ਬਖਸ਼ ਦਿਓ। ਮੈਂ ਖਤਾਵੰਦ ਹਾਂ, ਮੈਂ ਤੁਹਾਡੀ ਸ਼ਾਨ ਦੇ ਖਿਲਾਫ ਬੋਲਿਆ ਹਾਂ ਮਹਾਰਾਜ। ਕਿਰਪਾ ਕਰੋ ਹੇ ਬਖਸ਼ੰਦ ਹਰੀ, ਮੇਰੀ ਖਤਾ ਆਪ ਜੀ ਕਿਰਪਾ ਕਰਕੇ ਬਖਸ਼ ਲਵੋ। ਨਿੰਦਾ ਹਮਨੇ ਭੂਲ ਉਚਾਰੀ। ਮੈਂ ਭੁੱਲੇ ਹੋਏ ਨੇ ਤੁਹਾਡੀ ਨਿੰਦਾ ਕੀਤੀ ਹੈ। ਮੈਂ ਭੁੱਲ ਕੇ ਆਪ ਜੀ ਦੀ ਨਿੰਦਾ ਕਰ ਬੈਠਾ ਹਾਂ। ਪੂਰਬ ਭੇਦ ਨ ਜਾਣਿਓ ਤੇਰਾ। ਮਹਾਰਾਜ ਜੀ, ਨਿੰਦਾ ਤਾਂ ਕਰ ਬੈਠਾ ਕਿਉਂਕਿ ਮੈਂ ਤੁਹਾਡਾ ਭੇਦ ਨਹੀਂ ਸੀ ਜਾਣਿਆ। ਮਹਾਰਾਜ ਜੀ, ਤੁਹਾਡੀ ਰਮਜ, ਤੁਹਾਡੀ ਗਤਮਿਤ ਨਹੀਂ ਸੀ ਜਾਣ ਸਕਿਆ। ਅਫਵਲ ਗੁਨੇ ਕਰੋ ਅਬ ਮੇਰਾ। ਮਹਾਰਾਜ, ਕਿਰਪਾ ਕਰੋ, ਮੇਰੇ ਗੁਨਾਹ ਹੁਣ ਅਫਵਲ ਕਰ ਦਿਓ। ਅਫਵਲ ਦਾ ਮਤਲਬ ਹੁੰਦਾ ਵੀ ਫਲ ਤੋਂ ਰਹਿਤ ਕਰ ਦਿਓ। ਅਫਵਲ, ਫਲ ਤੋਂ ਰਹਿਤ ਯਾਨੀ ਕਿ ਬਖਸ਼ ਦਿਓ। ਮਹਾਰਾਜ, ਜਿਹੜੇ ਮੈਂ ਔਗਣ ਕੀਤੇ ਨੇ, ਜਿਹੜੀ ਮੈਂ ਖਤਾ ਕੀਤੀ, ਆਪ ਜੀ ਦੀ ਸ਼ਾਨ ਦੇ ਵਿੱਚ ਆਪ ਜੀ ਦੀ ਨਿੰਦਾ ਕੀਤੀ ਹੈ, ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਮੇਰਾ ਗੁਨਾਹ ਬਖਸ਼ ਲਵੋ। ਸੁਨ ਕੇ ਬੋਲਿਓ ਤਬੇ ਉਬਾਰਾ। ਲਾਗੇ ਉਬਾਰੇ ਖਾਨ ਬੈਠਾ ਸੀ। ਉਬਾਰੇ ਖਾਨ ਕੋਲੋਂ ਬੋਲਿਆ, ਕਹਿਣ ਲੱਗਾ, ਤਪਾ ਉਠਾਵੋ ਤੂੰ ਜਿਉ ਉਚਾਰਾ। ਉਬਾਰੇ ਖਾਨ ਕਹਿਣ ਲੱਗਾ, ਸ਼ੇਖ ਤੂੰ ਤਾਂ ਕਹਿੰਦਾ ਸੀ ਮੈਂ ਨਾਨਕ ਤਪੇ ਨੂੰ ਉਠਾ ਦਿਆਂਗਾ ਜਾ ਕੇ ਕਰਤਾਰਪੁਰ ਸਾਹਿਬ ਤੋਂ, ਉਹਨੂੰ ਇੱਥੋਂ ਉਠਾ ਕੇ ਕਿਤੇ ਹੋਰ ਟੋਰ ਦਿਆਂਗਾ। ਤੂੰ ਤਾਂ ਇਹ ਗੱਲਾਂ ਕਰਦਾ ਸੀ। ਅਬ ਕਿਉਂ ਨੇ ਤੁਮ ਦੇ ਤੇ ਉਠਾਈ। ਹੁਣ ਕਿਉਂ ਨਹੀਂ ਉਠਾਉਂਦਾ ਦੱਸ। ਹੁਣ ਆਏ ਬੈਠੇ ਨੇ ਤੇਰੇ ਸਾਹਮਣੇ, ਹੁਣ ਕਿਉਂ ਨਹੀਂ ਉਠਾਉਂਦਾ ਦੱਸ। ਮਿਲ ਜੈ ਕੋ ਹੈ ਗਰੀਬ ਨਿਵਾਈ। ਜਿਨ੍ਹਾਂ ਨੂੰ ਮਿਲ ਕੇ ਹੁਣ ਧੌਣ ਸੁੱਟ ਕੇ ਸਿਰ ਨਵਾ ਕੇ ਮਿਲ ਰਿਹਾ, ਦੱਸ ਹੁਣ ਉਹਨਾਂ ਨੂੰ ਪਹਿਲਾਂ ਉਠਾਣ ਦੀਆਂ ਗੱਲਾਂ ਕਰਦਾ ਸੀ, ਉਠਾਉਂਦਾ ਕਿਉਂ ਨਹੀਂ ਹੁਣ ਉਹਨਾਂ ਦੇ ਸਨਮੁਖ ਆਪਣਾ ਸਿਰ ਨਵਾ ਕੇ ਖੜਾ ਹੈ। ਬਾਤ ਸਮਝ ਕਰ ਕਹਿਨੀ ਭਲੀ। ਇਸ ਕਰਕੇ ਸ਼ੇਖ ਜੀ, ਗੱਲ ਹਮੇਸ਼ਾ ਸਮਝ ਕੇ ਕਰਨੀ ਚਾਹੀਦੀ ਹੈ। ਘੜੀ ਦਾ ਬੋਲਿਆ ਬੋਲ ਕਿੱਥੇ ਦੀ ਕਿੱਥੇ ਲੈ ਜਾਂਦਾ ਬੰਦੇ ਨੂੰ। ਸਮਝ ਕੇ ਬੋਲਣਾ ਚਾਹੀਏ। ਸਿਆਣੇ ਕਹਿੰਦੇ ਆ, ਮੂੰਹ ਤੋਂ ਵਾਕ ਸੋਚ ਕੇ ਕੱਢੋ, ਵਿਚਾਰ ਕੇ ਬੋਲਣੇ ਚਾਹੀਦੇ ਹਨ। ਕਿਸ ਬਿਦ ਕੀਟੀ ਗਿਰ ਕੋ ਲਿਲੀ। ਜਿਵੇਂ ਕੋਈ ਕੀੜੀ ਜਿਹੜੀ ਹੈ ਨਾ, ਜਿੰਨੀ ਮਰਜ਼ੀ ਬਲੀ ਹੋਵੇ, ਉਹ ਪਹਾੜ ਥੋੜਾ ਖਾ ਸਕਦੀ ਹੈ, ਉਹ ਪਹਾੜ ਨੂੰ ਥੋੜਾ ਗਰਸ ਸਕਦੀ ਹੈ। ਕੀੜੀ ਜਿੰਨੀ ਮਰਜ਼ੀ ਪ੍ਰਬਲ ਹੋਵੇ। ਰਵ ਸਮਾਨ ਕਿਉਂ ਹੋਏ ਟਟਾਨੋ। ਆ ਨਿੱਕੇ ਨਿੱਕੇ ਟਟਹਿਣੇ ਚਮਕਦੇ ਹੁੰਦੇ ਆ ਰਾਤ ਨੂੰ, ਉਹ ਟਟਹਿਣੇ ਜਿੰਨਾ ਮਰਜ਼ੀ ਰਾਤ ਨੂੰ ਪ੍ਰਕਾਸ਼ ਕਰਨ ਪਰ ਸੂਰਜ ਦੀ ਬਰਾਬਰੀ ਨਹੀਂ ਕਰ ਸਕਦੇ। ਉਹ ਸੂਰਜ ਦੇ ਸਨਮੁਖ ਕੁਝ ਵੀ ਨਹੀਂ। ਕਿਤੋ ਭੇਦ ਨਿਜ ਮਾਏ ਪਛਾਨੋ। ਇੰਨਾ ਭੇਦ ਤੂੰ ਸਮਝ ਲੈ ਆਪਣਾ ਤੇ ਗੁਰੂ ਨਾਨਕ ਸਾਹਿਬ ਦਾ। ਤੂੰ ਟਟਹਿਣਾ ਤੇ ਗੁਰੂ ਨਾਨਕ ਸਾਹਿਬ ਸੂਰਜ ਨੇ। ਤੂੰ ਨਿੱਕੀ ਜੀ ਕੀੜੀ, ਉਹ ਗਿਰ ਸਮਾਨ ਵੱਡੇ ਹਨ। ਦੋਹਰਾ ਅਦਰੈ ਮਾਨ ਕੈ ਪ੍ਰਿਥਮ ਮੈਂ
ਅਸ ਜਾਣਿਓ ਮਨ ਮਾਏ। ਅਬਦੁਲ ਰਹਿਮਾਨ ਬੋਲਿਆ, ਕਹਿਣ ਲੱਗਾ ਮੈਂ ਭੁਲੇਖੇ ਵਿੱਚ ਸਾਂ, ਮੈਂ ਭਰਮ ਵਿੱਚ ਸਾਂ, ਭੁੱਲਿਆ ਹੋਇਆ ਸਾਂ। ਮੈਨੂੰ ਨਹੀਂ ਸੀ ਪਤਾ ਕਿ ਤਾਂ ਦੀਨ ਦੁਨੀਆ ਦੇ ਮਾਲਕ ਆਪ ਖੁਦਾਵੰਦ ਕਰੀਬ ਹਨ। ਬੁੱਤ ਪ੍ਰਸਤ ਕੋ ਹਿੰਦੂ ਹੈ ਤਿਨ ਕੇ ਸਮਏ ਨਾਏ। ਮੈਂ ਤਾਂ ਸੋਚਿਆ ਸੀ ਜਿਵੇਂ ਆਮ ਹਿੰਦੂ ਹੁੰਦੇ ਆ ਬੁੱਤ ਪ੍ਰਸਤ ਪੱਥਰਾਂ ਨੂੰ ਪੂਜਣ ਵਾਲੇ ਵੀ ਉਹੋ ਜਿਹੇ ਹੋਣਗੇ, ਪਰ ਇਹ ਤਾਂ ਉਹ ਨਹੀਂ ਹਨ। ਇਹ ਤਾਂ ਹਿੰਦੂਆਂ ਮੁਸਲਮਾਨਾਂ ਤੋਂ ਨਿਆਰੇ ਹਨ, ਉਹ ਵੱਖਰੇ ਹਨ। ਜੋ ਭਾਈ ਹਿੰਦੂ ਤੁਰਕ ਤੇ ਆਏ ਨਿਰਾਲਾ। ਇਹ ਹਿੰਦੂਆਂ ਤੋਂ ਵੀ ਨਿਰਾਲੇ ਨੇ, ਇਹ ਮੁਸਲਮਾਨਾਂ ਤੋਂ ਵੀ ਨਿਰਾਲੇ ਹਨ। ਸ਼੍ਰੀ ਨਾਨਕ ਇਸ ਮਤੋ ਬਿਸਾਲਾ। ਇਹ ਗੁਰੂ ਨਾਨਕ ਸਾਹਿਬ ਦਾ ਮਤ ਸਾਰੇ ਸੰਸਾਰ ਦੇ ਮਤਾਂ ਤੋਂ ਨਿਰਾਲਾ ਮਤ ਹੈ। ਇਹ ਨਿਰਾਲੇ ਮਤ ਦੇ ਧਾਰਨੀ ਹਨ, ਕਿਸੇ ਨਾਲ ਮਤ ਇਹਨਾਂ ਦਾ ਮੇਲ ਨਹੀਂ ਖਾਂਦਾ। ਇਨ ਕੀ ਕੌਣ ਕਰੇ ਸਮਤਾਈ। ਕੌਣ ਹੈ ਐਸਾ ਜਿਹੜਾ ਇਹਨਾਂ ਦੀ ਬਰਾਬਰੀ ਕਰ ਸਕੇ। ਕਿਸੇ 'ਚ ਇੰਨੀ ਤਾਕਤ ਨਹੀਂ, ਕਿਸੇ 'ਚ ਇਤਨਾ ਤਾਣ ਨਹੀਂ, ਕੋਈ ਇਹਨਾਂ ਦੀ ਬਰਾਬਰੀ ਕਰ ਸਕੇ। ਕਹਿੰਦੇ ਕਹੇ ਜਾਵਹਿ ਤੁਮ ਸਰ ਅਵਰ ਨਾ ਕੋਈ। ਹੇ ਗੁਰੂ ਨਾਨਕ ਸਾਹਿਬ, ਬੜੇ ਪਹਿਲਾਂ ਵੀ ਕਹਿ ਕੇ ਚਲੇ ਗਏ, ਬੜੇ ਹੁਣ ਵੀ ਕਹਿ ਰਹੇ ਨੇ, ਤੇ ਆਉਣ ਵਾਲੇ ਸਮੇਂ 'ਚ ਜੁਗਾਂ ਤੱਕ ਕਹਿੰਦੇ ਰਹਿਣਗੇ ਕਿ ਹੇ ਗੁਰੂ ਨਾਨਕ ਸਾਹਿਬ, ਤੁਹਾਡੇ ਵਰਗਾ ਕੋਈ ਨਹੀਂ, ਕੋਈ ਨਹੀਂ। ਸਤਿ ਸ੍ਰੀ ਅਕਾਲ। ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਕੋਈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਉਹੀ ਠਾਕਰ ਨੇ, ਜਿਹਦੇ ਬਾਰੇ ਸਾਹਿਬ ਕਹਿੰਦੇ ਹਮਰਾ ਠਾਕੁਰ ਸਭ ਤੇ ਉੱਚਾ ਰਹਿਣ ਦਿਨਸ ਤਿਸ ਗਾਵੋ ਰੇ। ਮੇਰੇ ਸਾਹਿਬ ਦੇ ਤੁਲ, ਮੇਰੇ ਪਾਤਸ਼ਾਹ ਦੇ ਬਰੋਬਰ ਸੰਸਾਰ ਵਿੱਚ, ਪੂਰੇ ਵਿਸ਼ਵ ਭਰ ਵਿੱਚ, ਪੂਰੇ ਬ੍ਰਹਿਮੰਡ ਵਿੱਚ ਦੂਸਰਾ ਕੋਈ ਨਹੀਂ ਹੈ। ਮਿਲੀ ਜਬੇ ਤਬਈ ਸੁਧ ਪਾਈ। ਮੈਂ ਤਾਂ ਪਹਿਲਾਂ ਕੋਈ ਬੁੱਤ ਪ੍ਰਸਤ ਹਿੰਦੂ ਹੀ ਸਮਝਿਆ ਸੀ ਇਹਨਾਂ ਨੂੰ, ਪਰ ਹੁਣ ਇਹਨਾਂ ਨੂੰ ਮਿਲ ਕੇ ਮੈਂ ਇਹਨਾਂ ਦੀ ਗਤ ਮਿਤ ਜਾਣੀ ਹੈ। ਇਹਨਾਂ ਨੂੰ ਮਿਲ ਕੇ ਇਹਨਾਂ ਦੀ ਰਮਜ ਤੇ ਇਹਨਾਂ ਦਾ ਭੇਦ ਪਹਿਚਾਣਿਆ ਹੈ। ਤੈਂ ਟਿਗ ਬ੍ਰਿੰਦ ਹੁਤੇ ਨਰ ਜੀਉ। ਇਹ ਸ਼ੇਖ ਪੀਰ ਸੀ ਨਾ, ਫਕੀਰ ਕਹਾਉਂਦਾ ਸੀ ਆਪਣੇ ਆਪ ਨੂੰ। ਇਹਦੇ ਨਾਲ ਇਹਦੇ ਕਈ ਚੇਲੇ ਆਏ ਹੋਏ ਸਨ। ਚਰਨ ਕਮਲ ਬੰਦਤ ਪੀਤੇਉ। ਜਦੋਂ ਇਹਨਾਂ ਦੇ ਪੀਰ ਨੇ ਮੱਥਾ ਟੇਕਿਆ ਤੇ ਬਾਅਦ ਵਿੱਚ ਸਾਰੇ ਚੇਲਿਆਂ ਨੇ ਵੀ ਮੱਥਾ ਟੇਕਿਆ। ਜਿੰਨੇ ਦੇ ਨਾਲ ਦੇ ਚੇਲੇ ਸਨ ਇਹਦੇ, ਸਭ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਜਦਾ ਕੀਤਾ। ਸ਼੍ਰੀ ਗੁਰ ਭੰਨਿਓ ਖੁਦਾਏ ਜੇ ਪਿਆਰੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਅਬਦੁਲ ਰਹਿਮਾਨ, ਜਿਹੜੇ ਖੁਦਾ ਦੇ ਪਿਆਰੇ ਹੁੰਦੇ ਹਨ, ਜਿਹੜੇ ਉਸ ਖੁਦਾਵੰਦ ਕਰੀਮ ਦੇ ਅੱਲਾ ਦੇ ਪਿਆਰੇ ਹੁੰਦੇ ਹਨ, ਖੌਫ ਖੁਦਾਏ ਸੋ ਉਰ ਮੈਂ ਤਾਰੇ। ਉਹ ਆਪਣੇ ਹਿਰਦੇ 'ਚ ਖੁਦਾ ਦਾ ਖੌਫ ਮੰਨਦੇ ਹਨ, ਉਹ ਆਪਣੇ ਹਿਰਦੇ 'ਚ ਰੱਬ ਦਾ ਖੌਫ ਮੰਨਦੇ ਹਨ। ਕਬੇ ਗਾਫਲੀ ਭੂਲ ਨ ਕਰਹਿ। ਉਹ ਕਦੇ ਵੀ ਗਫਲਤ ਨਹੀਂ ਕਰਦੇ, ਭੁੱਲ ਕੇ ਵੀ ਗਫਲਤ ਦੇ ਵਿੱਚ ਨਹੀਂ ਜਾਂਦੇ। ਇਸ ਦਿਨ ਉਰ ਮੈਂ ਡਰ ਕੋ ਧਰੈ। ਉਹ ਰਾਤ ਦਿਨ ਪਰਮੇਸ਼ਰ ਦਾ ਡਰ ਤੇ ਭੈ ਆਪਣੇ ਹਿਰਦੇ 'ਚ ਰੱਖਦੇ ਨੇ। ਅੱਠੇ ਪੈਰ ਨਿਰੰਕਾਰ ਦੇ ਭੈ ਵਿੱਚ, ਅਕਾਲ ਪੁਰਖ ਦੇ ਡਰ ਵਿੱਚ ਰਹਿੰਦੇ ਹਨ। ਸਿਮਰਨ ਪ੍ਰੇਮ ਭਗਤ ਮੈਂ ਰਾਤੇ। ਔਰ ਉਹ ਪਰਮੇਸ਼ਰ ਦੇ ਸਿਮਰਨ ਤੇ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਉਚਤਾ ਪਾਏ ਨੀਚ ਵੈ ਜਾਤੇ। ਉਹ ਭਾਵੇਂ ਜਿੰਨੇ ਮਰਜ਼ੀ ਉੱਚੇ ਹੋ ਜਾਣ, ਉਹ ਉੱਚੇ ਹੋ ਕੇ ਵੀ ਆਪਣੇ ਆਪ ਨੂੰ ਨੀਵਾਂ ਹੀ ਗਿਣਦੇ ਹਨ। ਮੇਰੀ ਛੁਪੀ ਰਹੇ ਗੁਲਜ਼ਾਰ, ਮੈਂ ਨੀਵਾਂ ਉੱਗਿਆ। ਉਹ ਆਪਣੇ ਆਪ ਨੂੰ ਨੀਵਾਂ ਹੀ ਗਿਣਦੇ ਹਨ। ਜਿੰਨੇ ਮਰਜ਼ੀ ਉੱਚੇ ਹੋ ਜਾਣ, ਜਿੰਨੇ ਮਰਜ਼ੀ ਵੱਡੇ ਹੋ ਜਾਣ, ਝਰਨਾ ਜਿੰਨਾ ਉੱਚਾ ਹੁੰਦਾ ਨਾ, ਉਹ ਜਿੰਨਾ ਨੀਵਾਂ ਹੁੰਦਾ ਓਨਾ ਹੀ ਉੱਚਾ ਹੁੰਦਾ ਚਲਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ, ਰੱਬ ਦੇ ਪਿਆਰੇ ਜਿੰਨੇ ਉੱਚੇ ਹੋ ਜਾਂਦੇ ਨੇ, ਉਹ ਓਨੇ ਹੀ ਨੀਵੇਂ ਹੋ ਕੇ ਝੁਕ ਕੇ ਨਿਮਰਤਾ ਸਹਿਤ ਰਹਿੰਦੇ ਹਨ। ਦੋਹਰਾ ਇਉਂ ਮਿਲ ਕੇ ਹਰ ਖਾਏ ਉਰ ਗਾ ਤਬ ਅਦਰੈ ਮਾਨ। ਅਬਦੁਲ ਰਹਿਮਾਨ ਨੇ ਸਤਿਗੁਰਾਂ ਦੇ ਬਚਨ ਸੁਣੇ, ਬੜਾ ਖੁਸ਼ ਹੋਇਆ, ਹਿਰਦੇ 'ਚ ਬੜਾ ਆਨੰਦ ਬਣਿਆ। ਸਤਿਗੁਰਾਂ ਕੋਲੋਂ ਵਿਦਾ ਹੋ ਕੇ ਚਲਾ ਗਿਆ। ਸ਼੍ਰੀ ਗੁਰ ਕੀਰ ਸਮੀਪ ਵੈ
ਕਯੋ ਉਬਾਰੇ ਖਾਨ। ਉਬਾਰੇ ਖਾਨ ਜਦੋਂ ਚਲਾ ਗਿਆ ਨਾ ਅਬਦੁਲ ਰਹਿਮਾਨ, ਤੇ ਉਬਾਰੇ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਚੋਪਈ ਕਿਰਪਾ ਨਿਧਾਨ ਭਾਉ ਕੇ ਪਿਆਰੇ। ਕਹਿਣ ਲੱਗਾ, ਹੇ ਕਿਰਪਾ ਨਿਧਾਨ, ਤੁਸੀਂ ਜਿਹੜੇ ਤੁਹਾਡੇ ਨਾਲ ਪ੍ਰੇਮ ਕਰਦੇ ਆ, ਤੁਸੀਂ ਉਹਨਾਂ ਨਾਲ ਪਿਆਰ ਕਰਦੇ। ਭਾਉ ਕੇ ਪਿਆਰੇ, ਮਹਾਰਾਜ ਤੁਸੀਂ ਭਾਉ ਦੇ ਭੁੱਖੇ ਹੋ। ਗੋਬਿੰਦ ਭਾਉ ਭਗਤ ਦਾ ਭੁੱਖਾ। ਮਹਾਰਾਜ ਜਿਹੜਾ ਤੁਹਾਡੇ ਨਾਲ ਭਾਉ ਕਰਦਾ, ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ। ਗੰਜਨ ਗਰਭ ਸੋ ਮੁਕਤੇ ਉਦਾਰੇ। ਇਹ ਮੁਕਤੀ ਦੇ ਦਾਤੇ ਸਤਿਗੁਰੂ, ਤੁਸੀਂ ਹੰਕਾਰ ਨੂੰ ਕੱਟਣ ਵਾਲੇ ਹੋ। ਜਿਨ੍ਹਾਂ ਅੰਦਰ ਹੰਕਾਰ ਹੈ, ਉਸ ਹੰਕਾਰ ਨੂੰ ਤੁਸੀਂ ਨਿਰਵਾਰ ਦਿੰਦੇ ਹੋ। ਪਾਇਨ ਸੋ ਪਾਵਨ ਮਮ ਧਾਮੋ। ਮਹਾਰਾਜ ਜੀ ਕਿਰਪਾ ਕਰੋ, ਇੱਥੇ ਆਪ ਜੀ ਦੇ ਸੇਵਕ ਦਾ ਘਰ ਹੈ ਨੇੜੇ। ਆਪ ਜੀ ਆਏ ਹੋ ਸਬੱਬੀ, ਕਿਰਪਾ ਕਰਕੇ ਮੇਰਾ ਘਰ ਆਪਣੇ ਚਰਨ ਪਾ ਕੇ ਪਵਿੱਤਰ ਕਰੋ। ਕਰੋ ਆਪ ਨਿਸ ਭੀ ਬਿਸਰਾਮੋ। ਮਹਾਰਾਜ ਜੀ ਰਾਤ ਦਾ ਸਮਾਂ ਹੈ, ਆਪ ਜੀ ਵਿਸ਼ਰਾਮ ਕਰੋ ਤੇ ਰਾਤ ਸੁਖ ਦੇ ਨਾਲ ਬਤੀਤ ਕਰੋ। ਸੁਨ ਕੇ ਬਿਨਤੀ ਡੇਰਾ ਕੀਨਾ। ਉਬਾਰੇ ਖਾਨ ਦੀ ਬੇਨਤੀ ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਬਾਰੇ ਖਾਨ ਦੇ ਘਰ ਗਏ। ਸ਼ੁਭ ਸਥਾਨ ਪ੍ਰਭ ਕੋ ਆਸੀਨਾ। ਪਾਤਸ਼ਾਹ ਵਾਸਤੇ ਸੋਹਣਾ ਆਸਣ ਲਾਇਆ ਉਬਾਰੇ ਖਾਨ ਨੇ। ਮਹਾਰਾਜ ਜੀ ਦੇ ਬਿਰਾਜਣ ਵਾਸਤੇ ਸੁੰਦਰ ਮੰਜੇ ਬਿਸਤਰੇ ਦਾ ਪ੍ਰਬੰਧ ਕੀਤਾ। ਤਿਜ ਬੁਲਵਾਏ ਬਨਾਏ ਆਹਾਰਾ। ਔਰ ਘਰ ਵਿੱਚ ਭੋਜਨ ਤਿਆਰ ਕੀਤਾ ਸਤਿਗੁਰੂ ਜੀ ਵਾਸਤੇ ਬੜੇ ਸੋਹਣੇ ਢੰਗ ਨਾਲ। ਕਰ ਸੋ ਪਕਰ ਸੋ ਪੈਰ ਪਖਾਰਾ। ਕਹਿੰਦੇ ਜਲ ਲਿਆ ਕੇ ਉਬਾਰੇ ਖਾਨ ਨੇ ਮਹਾਰਾਜ ਜੀ ਦੇ ਚਰਨ ਧੋਏ। ਜਲ ਲਿਆਂਦਾ, ਬੜੇ ਅਦਬ ਸਤਕਾਰ ਨਾਲ ਜਗਤ ਗੁਰੂ ਪਾਤਸ਼ਾਹ ਜੀ ਦੇ ਚਰਨ ਧੋਏ ਹਨ। ਦ્વੈ ਦਿਓਸਨ ਲੋ ਸਦਨ ਰਹੇ ਤੈ। ਮਹਾਰਾਜ ਜੀ ਦੀ ਸੇਵਾ ਟਹਿਲ ਕੀਤੀ ਹੈ। 2 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਬਾਰੇ ਖਾਨ ਦੇ ਘਰ ਰਹੇ ਹਨ। ਜਾਗੇ ਮਸਤਕ ਭਾਗ ਬੜੇ ਜਹੇ। ਕਹਿੰਦੇ ਉਬਾਰੇ ਖਾਨ ਦੇ ਭਾਗ ਜਾਗੇ ਨੇ, ਕੋਈ ਕਰਮ ਜਾਗੇ ਹਨ, ਜਿਸ ਕਰਮਾਂ ਦੇ ਬਦੌਲਤ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਪਰਸ ਰਿਹਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਆਪਣੇ ਘਰ ਵਿੱਚ ਪਰਸ ਰਿਹਾ ਹੈ। ਪੁੰਨ ਕਰ ਤਾਰ ਪੁਰੇ ਚੱਲ ਆਏ। ਜਿਨ ਹੰਕਾਰੀ ਪੈਰੀ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਬਾਰੇ ਖਾਨ ਨੂੰ ਕਿਰਤਾਰਥ ਕਰਕੇ, ਅਬਦੁਲ ਰਹਿਮਾਨ ਨੂੰ ਕਿਰਤਾਰਥ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਵਾਪਸ ਆਏ ਹਨ। ਐਸੇ ਸਤਿਗੁਰੂ ਜਿਨ੍ਹਾਂ ਨੇ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਨੂੰ ਗੰਜ ਕੇ ਤਿਨਾਂ ਅੰਦਰ ਆਤਮਾ ਦੇ ਗਿਆਨ ਨੂੰ ਉਜਾਗਰ ਕੀਤਾ ਹੈ। ਦੋਹਰਾ ਸ਼੍ਰੀ ਗੁਰ ਪਦ ਅਰਬਿੰਦ ਕੋ ਧਿਆਨ ਚੜਾਵੋ ਪੰਗ। ਮਹਾਕਵੀ ਜੀ ਅਗਲਾ ਅਧਿਆਏ ਪ੍ਰਾਰੰਭ ਕਰ ਰਹੇ ਹਨ। 42ਵਾਂ ਬੇਨਤੀ ਕਰਦੇ ਨੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਜੋ ਚਰਨ ਕਮਲ ਹਨ, ਮੈਂ ਉਹਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਾ। ਮੇਰੇ ਲਈ ਇਹੀ ਭੰਗ ਹੈ, ਮੈਨੂੰ ਵੱਖਰੀ ਭੰਗ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੇ ਧਿਆਨ ਦੀ ਭੰਗ ਹੈ, ਉਹ ਮੈਂ ਆਪਣੇ ਅੰਦਰ ਚੜਾਉਂਦਾ ਹਾਂ, ਭਾਵ ਆਪਣੇ ਹਿਰਦੇ 'ਚ ਧਾਰਦਾ ਹਾਂ। ਤਜੋ ਸਿਆਨਪ ਸਰਬ ਕੋ ਰਪੋ ਏਕ ਪ੍ਰਭ ਰੰਗ। ਆਪਣੀਆਂ ਸਾਰੀਆਂ ਸਿਆਣਪਾਂ ਚਤਰਾਈਆਂ ਚਲਾਕੀਆਂ ਛੱਡ ਕੇ ਮੈਂ ਆਪਣੇ ਮਨ ਨੂੰ ਇੱਕ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਦਾ ਹਾਂ। ਚੌਪਈ ਸ਼੍ਰੀ ਅੰਗਦ ਜੀ ਸੁਨੋ ਕਹਾਣੀ। ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਬਾਰ ਵਿੱਚ ਭਾਈ ਬਾਲਾ ਜੀ ਕਰ ਰਹੇ ਹਨ। ਕਹਿੰਦੇ ਹੈ ਗੁਰੂ ਅੰਗਦ ਸਾਹਿਬ ਜੀ ਕਿਰਪਾ ਕਰਕੇ ਸੁਣੋ ਕਥਾ। ਰਹੇ ਗ੍ਰਾਮ ਨਿਜ ਸ਼੍ਰੀ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬਿਰਾਜਮਾਨ ਹਨ। ਖਾਲਸਾ ਜੀ ਹੁਣ ਪ੍ਰਸੰਗ ਸਿੱਖਾਂ ਦੀ ਭਗਤਮਾਲਾ ਦੇ ਪ੍ਰਾਰੰਭ ਹੋਣ ਲੱਗੇ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਚੱਲ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਸਿੱਖਾਂ ਦਾ ਜ਼ਿਕਰ ਆ ਰਿਹਾ ਹੈ।
ਤੋ ਕਰਤਾਰਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ। ਬੀਤਤ ਪਇਓ ਕਿਤਤ ਤੈ ਕਾਲਾ। ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇੱਥੇ ਬੈਠਿਆਂ ਬੀਤਿਆ ਹੈ। ਮੈਂ ਮਾਜੈ ਤੈ ਬੜੀ ਬਿਸਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵੱਡੀ ਭਾਰੀ ਮਹਿਮਾ ਸਾਰੇ ਜਗਤ ਵਿੱਚ ਸਾਰੇ ਸੰਸਾਰ ਦੇ ਵਿੱਚ ਉਜਾਗਰ ਹੋਈ ਹੈ। ਦਰਸ਼ਨ ਕਰਨ ਹੀਤ ਨਰ ਆਵੇ। ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ ਦਰੇਡਿਓਂ ਅਨੇਕਾਂ ਮਾਈ ਭਾਈ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆਉਂਦੇ ਹਨ। ਧਰੈ ਕਾਮਨਾ ਫਲ ਕੋ ਪਾਵੇ। ਮਨ ਵਿੱਚ ਸਤਿਗੁਰਾਂ ਤੇ ਭਾਵਨਾ ਰੱਖ ਕੇ ਜੋ ਕਾਮਨਾ ਧਾਰ ਕੇ ਆਉਂਦੇ ਹਨ, ਗੁਰੂ ਪਾਤਸ਼ਾਹ ਦੇ ਚਰਨਾਂ ਚੋਂ ਤਿਨਾਂ ਦੀ ਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਮਨੋ ਪ੍ਰਕਾਸ਼ੀ ਕੀਰਤ ਜੋਨਾ। ਮਾਨੋ ਜਿਵੇਂ ਚੰਦ ਦੀ ਚਾਨਣੀ ਫੈਲਦੀ ਹੈ ਚਾਰੇ ਪਾਸੇ, ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਸਾਰੇ ਸੰਸਾਰ ਵਿੱਚ ਫੈਲ ਰਹੀ ਹੈ। ਪਸਰੀ ਪਲੀ 14 ਪੌਨਾ। 14 ਭਵਨਾਂ ਵਿੱਚ ਮਹਾਰਾਜ ਜੀ ਦੀ ਮਹਿਮਾ ਪਸਰ ਰਹੀ ਹੈ। ਹੀਰਾ ਸੀ ਹੁਸੈਨਾਬਾਦ ਤੋਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਪੂਰੇ ਸੰਸਾਰ ਭਰ ਦੇ ਵਿੱਚ ਉਜਾਗਰ ਹੋ ਰਹੀ ਹੈ। ਸੰਤ ਚਕੋਰ ਹਿਰਦੇ ਹਰ ਖਾਏ। ਕਹਿੰਦੇ ਜਿਵੇਂ ਚੰਨ ਦੀ ਚਾਨਣੀ ਵੇਖ ਕੇ ਚਕੋਰਾਂ ਖੁਸ਼ ਹੁੰਦੀਆਂ, ਇਉਂ ਗੁਰੂ ਨਾਨਕ ਸਾਹਿਬ ਦੀ ਕੀਰਤੀ ਸੁਣ ਕੇ ਵੇਖ ਕੇ ਜਿਹੜੇ ਸਾਧੂ ਜਨ ਗੁਰਸਿੱਖ ਜਨ ਨੇ ਚਕੋਰਾਂ ਵੱਤ ਖੁਸ਼ੀ ਮਨਾਉਂਦੇ ਹਨ। ਦੰਬ ਦੁਹਾਗਨ ਕੋ ਦੁਖਦਾਏ। ਪਰ ਜਿਹੜੇ ਪਖੰਡੀ ਦੁਹਾਗਣਾ ਦੇ ਸਮਾਨ ਨੇ, ਉਹਨਾਂ ਦੁਹਾਗਣਾ ਵਾਸਤੇ ਇਹ ਚਾਨਣੀ ਦੁਖਦਾਈ ਹੈ। ਨਿੰਦਕ ਚੱਕਵੇ ਪੀਰਾ ਪਾਈ। ਜਿਹੜੇ ਨਿੰਦਕ ਨੇ ਚੱਕਵਿਆਂ ਦੇ ਤੁਲ ਉਹ ਪੀੜਾ ਪ੍ਰਾਪਤ ਕਰਦੇ, ਉਹਨਾਂ ਨੂੰ ਗੁਰੂ ਸਾਹਿਬ ਦੀ ਵਡਿਆਈ ਚੰਗੀ ਨਹੀਂ ਲੱਗਦੀ। ਉਡਗਨ ਸਿੱਖਨ ਸਹਿਤ ਸੁਹਾਈ। ਸਤਿਗੁਰੂ ਜੀ ਆਪਣੇ ਸਿੱਖਾਂ ਰੂਪੀ ਤਾਰਿਆਂ ਸਮੇਤ ਸ਼ੋਭਨੀਕ ਹੋ ਰਹੇ ਹਨ। ਹਿੰਦੂ ਤੁਰਕ ਅਧਿਕ ਚੱਲ ਆਵੇ। ਅਨੇਕਾਂ ਹਿੰਦੂ ਅਨੇਕਾਂ ਮੁਸਲਮਾਨ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਚੱਲ ਕੇ ਆਉਂਦੇ ਹਨ। ਸ਼੍ਰੀ ਨਾਨਕ ਕੇ ਚਰਨ ਮਨਾਵੇ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਮਨਾਉਂਦੇ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਆਰਾਧਦੇ ਧਿਆਉਂਦੇ ਹਨ। ਏਕ ਮੁਰੀਦ ਸਿੱਖ ਇੱਕ ਹੋਵੇ। ਇੱਕ ਆ ਕੇ ਸਤਿਗੁਰਾਂ ਦੇ ਸੇਵਕ ਸਿੱਖ ਹੋ ਰਹੇ ਨੇ, ਮੁਸਲਮਾਨ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਮੁਰੀਦ ਬਣ ਰਹੇ ਹਨ। ਦਰਸ਼ਨ ਪਰਸਤ ਕਲ ਮਲ ਖੋਵੇ। ਜਿਹੜਾ ਦਰਸ਼ਨ ਪਰਸਦਾ, ਦਰਸ਼ਨ ਪਰਸ ਕੇ ਉਹਦੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਗੁਰਾਂ ਦੇ ਦਰਸ਼ਨ ਪਰਸ ਕੇ ਕਹਿੰਦੇ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਕੱਟੇ ਜਾਂਦੇ ਹਨ। ਗ੍ਰਾਮ ਨਗਰ ਰਹਿੀ ਨਰ ਜੀਤੇ। ਜਿਹੜੇ ਗ੍ਰਾਮਾਂ ਨਗਰਾਂ ਸ਼ਹਿਰਾਂ ਵਿੱਚ ਜਿਤਨੇ ਨਰ ਪ੍ਰਾਣੀ ਲੋਕ ਰਹਿੰਦੇ ਹਨ, ਸ਼੍ਰੀ ਗੁਰ ਕੀਰਤ ਕਰਹੀ ਤੇਤੇ। ਘਰ ਘਰ ਵਿੱਚ ਸਤਿਗੁਰਾਂ ਦੀ ਕੀਰਤੀ ਹੁੰਦੀ। ਘਰ ਘਰ ਬਾਬਾ ਗਾਵੀਐ ਵੱਜਣ ਤਾਲ ਮਿਰਦੰਗ ਰਬਾਬਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਘਰ ਘਰ ਵਿੱਚ ਹੋ ਰਹੀ ਹੈ। ਬ੍ਰਹਮਚਾਰੀ ਬੈਰਾਗੀ ਜੋ। ਜਿਹੜੇ ਬ੍ਰਹਮਚਾਰੀ ਨੇ, ਬੈਰਾਗੀ ਨੇ, ਸੰਨਿਆਸੀ ਨੇ, ਜੰਗਮ ਨੇ, ਸਰੇਵੜੇ ਨੇ, ਸਭ ਗੁਰੂ ਨਾਨਕ ਦੇ ਚਰਨਾਂ ਵਿੱਚ ਆ ਕੇ ਦਰਸ਼ਨ ਕਰਦੇ ਹਨ। ਜੋਗੀ ਸੰਨਿਆਸੀ ਵੈ ਕੋ। ਵੱਡੇ ਵੱਡੇ ਜੋਗੀ ਜਤੀ ਬ੍ਰਹਮਚਾਰੀ ਸਭ ਮਹਾਰਾਜ ਜੀ ਦੇ ਆ ਕੇ ਦੀਦਾਰ ਪਰਸਦੇ ਹਨ। ਨੀਚ ਕੇ ਊਚ ਰਾਏ ਕੈ ਰੰਕਾ। ਭਾਵੇਂ ਕੋਈ ਨੀਵਾ, ਭਾਵੇਂ ਕੋਈ ਉੱਚਾ, ਭਾਵੇਂ ਕੋਈ ਰਾਜਾ, ਭਾਵੇਂ ਕੋਈ ਰੰਕ ਹੈ, ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਆਉਂਦੇ ਐ। ਮਹਾਰਾਜ ਜੀ ਦੀ ਦ੍ਰਿਸ਼ਟੀ ਵਿੱਚ ਸਾਰੇ ਹੀ ਇੱਕ ਸਮਾਨ ਹਨ। ਚਾਹੇ ਕੋਈ ਰਾਜਾ ਆਵੇ, ਚਾਹੇ ਕੋਈ ਰੰਕ ਆਵੇ, ਸਭ ਨੂੰ ਇੱਕੋ ਸਮਾਨ ਦ੍ਰਿਸ਼ਟੀ ਨਾਲ ਸਤਿਗੁਰੂ ਜੀ ਵੇਖਦੇ ਤੇ ਦਇਆ ਕਰਦੇ ਹਨ। ਸੁਜਾਸੇ ਉਚਾਰੇ ਸਭ ਅਕਲੰਕਾ। ਔਰ ਅਕਲੰਕਾ ਦਾ ਮਤਲਬ ਹੁੰਦਾ ਕਲੰਕ ਰਹਿਤ ਸਤਿਗੁਰਾਂ ਦਾ ਜਿਹੜਾ ਸੁਜਸ ਹੈ, ਉਹ ਸੁਜਸ ਸਾਰੇ ਜਗਤ ਦੇ ਵਿੱਚ ਉਚਾਰਦੇ ਹਨ। ਕਲੰਕ ਰਹਿਤ ਗੁਰੂ ਸਾਹਿਬ ਜੀ ਦੀ ਵਡਿਆਈ ਪ੍ਰਗਟ ਕਰਦੇ ਹਨ। ਪੰਡਿਤ ਅਪਰ ਅਪੰਡਿਤ ਜੈ ਤੈ। ਭਾਵੇਂ ਕੋਈ ਪੰਡਤ ਆ ਤੇ ਭਾਵੇਂ ਕੋਈ ਅਪੰਡਤ ਦਾ ਮਤਲਬ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ। ਭਾਵੇਂ ਕੋਈ ਪੜ੍ਹਿਆ ਤੇ ਭਾਵੇਂ ਕੋਈ ਅਨਪੜ੍ਹ ਹੈ, ਜਿਹੜਾ ਵੀ ਸਤਿਗੁਰਾਂ ਦੀ ਸ਼ਰਨ ਆਉਂਦਾ ਸਭ ਨੂੰ ਮਹਾਰਾਜ ਜੀ ਕਿਰਤਾਰਥ ਕਰਦੇ।
ਇੱਥੇ ਪੜ੍ਹੇ ਅਨਪੜ੍ਹੇ ਸਾਰੇ ਪਰਮ ਗਤੀ ਨੂੰ ਪ੍ਰਾਪਤ ਹੋ ਰਹੇ ਨੇ। ਸ਼੍ਰੀ ਗੁਰ ਕੀਰਤ ਕਰਹੀ ਮੈਂ ਸਾਰੀ ਧਰਤੀ ਤੇ ਜਿੱਥੇ ਜਿੱਥੇ ਉਹ ਵਿਚਰਦੇ ਨੇ ਜਾਂਦੇ ਨੇ ਮਹਾਰਾਜ ਜੀ ਦੀ ਕੀਰਤੀ ਕਰਦੇ ਹਨ। ਕੀਰਤ ਤਿਹਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਪ੍ਰਗਟ ਕਰਦੇ ਹਨ। ਪੁਰ ਕਰਤਾਰ ਵਿਖੇ ਨਰ ਨਾਰੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਬੜੇ ਜੋੜ ਮੇਲੇ ਹੋ ਰਹੇ ਨੇ। ਬੇਅੰਤ ਸੰਗਤਾਂ ਆਉਂਦੀਆਂ ਜਾਂਦੀਆਂ ਹਨ। ਰਹੇ ਸਦੀਵ ਪੀਰ ਪਰ ਪਾਰੀ ਮੇਲਾ ਭਰਿਆ ਰਹਿੰਦਾ ਕਰਤਾਰਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ। ਬਹੁਤ ਸੰਗਤਾਂ ਦਾ ਇਕੱਠ ਹੁੰਦਾ ਹੈ। ਬੇਅੰਤ ਸੰਗਤਾਂ ਆਉਂਦੀਆਂ ਹਨ। ਮੇਲਾ ਹੀ ਲੱਗਾ ਰਹਿੰਦਾ ਸੰਗਤਾਂ ਦਾ। ਸਵਾ ਜਾਮ ਨਿਸਰੇ ਸਦਾਈ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਦਾ ਹੀ। ਹੋਤ ਕੀਰਤਨ ਸਭ ਸੁਖਦਾਈ ਮਹਾਰਾਜ ਜੀ ਦੇ ਦਰਬਾਰ 'ਚ ਕੀਰਤਨ ਹੁੰਦਾ। ਸਵਾ ਪਹਿਰ ਰਾਤ ਰਹਿੰਦੇ ਹੀ ਕੀਰਤਨ ਹੁੰਦਾ ਆਸਾ ਜੀ ਦੀ ਵਾਰ ਦਾ। ਪਹਿਲਾਂ ਕੱਲਾ ਸ਼ਲੋਕਾਂ ਤੇ ਪੌੜੀਆਂ ਦਾ ਕੀਰਤਨ ਹੁੰਦਾ ਸੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚੌਥੇ ਪਾਤਸ਼ਾਹ ਦੇ ਛੰਤਾਂ ਨੂੰ ਨਾਲ ਮਿਲਾ ਕੇ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਆਸਾ ਜੀ ਦੀ ਵਾਰ ਦਾ ਪਹਿਲਾਂ ਹੀ ਹੁੰਦਾ ਰਿਹਾ। ਤੋ ਸਤਿਗੁਰਾਂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਹੀ ਧਰਮਸ਼ਾਲ ਦੇ ਵਿੱਚ ਕੀਰਤਨ ਆਰੰਭ ਹੋ ਜਾਂਦਾ ਹੈ। ਪਹਿਰ ਨਿਸਾਸੋ ਸੰਗਤ ਮੇਲਾ ਔਰ ਇੱਕ ਪਹਿਰ ਰਾਤ ਰਹਿੰਦਿਆਂ ਸੰਗਤਾਂ ਜੁੜਨ ਲੱਗ ਪੈਂਦੀਆਂ ਗੁਰੂ ਚਰਨਾਂ 'ਚ। ਮਹਾਰਾਜ ਜੀ ਦੇ ਦਰਬਾਰ ਵਿੱਚ ਸੰਗਤਾਂ ਦਾ ਜੋੜ ਮੇਲ ਹੋਣ ਲੱਗ ਪੈਂਦਾ ਹੈ। ਸ਼ਬਦ ਵਿਚਾਰਨ ਹੋਤ ਸੋਹੇਲਾ ਦਿਨ ਚੜ੍ਹਦਿਆਂ ਤੱਕ ਕੀਰਤਨ ਸੁਣਦੇ ਫਿਰ ਸ਼ਬਦ ਦੀ ਵਿਚਾਰ ਹੁੰਦੀ। ਫਿਰ ਗੁਰਬਾਣੀ ਨੂੰ ਵਿਚਾਰਦੇ ਨੇ ਗੁਰਸਿੱਖ ਬੈਠ ਕੇ। ਏਕ ਬਾਲ ਕੋ ਕੀਰਤਨ ਕਾਲਾ ਖਾਲਸਾ ਜੀ ਜਦੋਂ ਕੀਰਤਨ ਦਾ ਸਮਾਂ ਹੁੰਦਾ ਹੈ ਇੱਕ ਛੋਟਾ ਜਿਹਾ ਬਾਲਕ ਛੋਟਾ ਜਿਹਾ ਬੱਚਾ ਜਦੋਂ ਕੀਰਤਨ ਹੁੰਦਾ ਹੈ ਸੁਨਤ ਰਹੇ ਕਰ ਪ੍ਰੇਮ ਵਿਸ਼ਾਲਾ ਉਹ ਰੋਜ਼ ਆਉਂਦਾ ਸਵੇਰੇ ਅੰਮ੍ਰਿਤ ਵੇਲੇ ਤੇ ਕੀਰਤਨ ਸੁਣਦਾ। ਛੋਟੀ ਜਿਹੀ ਉਮਰ ਦਾ ਬੱਚਾ ਬਾਲਕ ਹੈ। ਜਦੋਂ ਕੀਰਤਨ ਹੁੰਦਾ ਤੇ ਉਹ ਬੱਚਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ 2:30-3 ਵਜੇ ਦਰਬਾਰ 'ਚ ਪਹੁੰਚ ਜਾਂਦਾ ਹੈ ਔਰ ਬੜੇ ਪ੍ਰੇਮ ਨਾਲ ਮਸਤ ਹੋ ਕੇ ਕੀਰਤਨ ਸੁਣਦਾ ਹੈ। ਪ੍ਰਭ ਪੀਛੇ ਠਾਂਡੇ ਹੋਏ ਸੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਈ ਵਾਰ ਆ ਜਾਂਦੇ ਦਰਬਾਰ 'ਚ ਤੇ ਜਿੱਥੇ ਉਹ ਬੱਚਾ ਬੈਠਾ ਹੁੰਦਾ ਕੀਰਤਨ ਸੁਣਦਾ ਮਹਾਰਾਜ ਗੁਰੂ ਨਾਨਕ ਸਾਹਿਬ ਉਹਦੇ ਪਿੱਛੇ ਆ ਕੇ ਖਲੋ ਜਾਂਦੇ। ਉਹ ਕੀਰਤਨ ਸੁਣ ਰਿਹਾ ਹੁੰਦਾ ਆਨੰਦ ਵਿੱਚ। ਸਤਿਗੁਰੂ ਜੀ ਨੇ ਆਉਣਾ ਪਿੱਛੇ ਆ ਕੇ ਉਹਦੇ ਕਈ ਵੇਰੀ ਖਲੋ ਜਾਣਾ। ਭੋਗ ਕੀਰਤਨ ਕੋ ਜਬ ਹੋਏ ਜਦੋਂ ਕੀਰਤਨ ਦੀ ਸਮਾਪਤੀ ਹੁੰਦੀ ਦਿਨ ਚੜ੍ਹਦਿਆਂ ਭੋਗ ਪੈਂਦਾ ਬੰਧਨ ਕਰਕੇ ਸਦਨ ਸਿਧਾਵੇ ਉਹ ਬੱਚਾ ਉੱਥੋਂ ਮੱਥਾ ਟੇਕ ਕੇ ਤੇ ਵਾਪਸ ਆਪਣੇ ਘਰ ਨੂੰ ਚਲਾ ਜਾਂਦਾ ਹੈ। ਇਸ ਬਿਦ ਨਿਤਾ ਪ੍ਰਤ ਸੋ ਆਵੇ ਰੋਜ਼ ਦਾ ਹੀ ਉਹ ਬੱਚੇ ਦਾ ਨੇਮ ਬਣ ਗਿਆ। ਕਈ ਦਿਨਾਂ ਤੋਂ ਰੋਜ਼ ਹੀ ਉਹ ਬੱਚਾ ਚੱਲ ਕੇ ਆਉਣ ਲੱਗਾ। ਇੱਕ ਦਿਨ ਸ਼੍ਰੀ ਗੁਰ ਬੈਨ ਬਖਾਨੇ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਾਦਾਰਾਂ ਨੂੰ ਸਿੱਖਾਂ ਨੂੰ ਹੁਕਮ ਕੀਤਾ ਬਾਰਕ ਕੋ ਕਰ ਦਿਓ ਨਾ ਜਾਣੇ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਇੱਕ ਬੱਚਾ ਆਉਂਦਾ ਕੀਰਤਨ ਸੁਣਨ ਜਦੋਂ ਸਮਾਪਤੀ ਹੋਵੇ ਤੇ ਉਹਨੂੰ ਘਰ ਨਾ ਜਾਣ ਦਿਓ ਉਹਨੂੰ ਰੋਕ ਲਿਓ। ਸਤਿਗੁਰੂ ਜੀ ਕਹਿੰਦੇ ਵੀ ਜਦੋਂ ਜਾਣ ਲੱਗੇ ਤੇ ਉਸ ਬੱਚੇ ਨੂੰ ਰੋਕ ਲਿਓ। ਸਿੱਖਨ ਕਹਿ ਕਹਤੇ ਤਤਕਾਲਾ ਮਹਾਰਾਜ ਜੀ ਦਾ ਬਚਨ ਮੰਨ ਕੇ ਸਿੱਖਾਂ ਨੇ ਇਸੇ ਤਰ੍ਹਾਂ ਕੀਤਾ। ਜਦੋਂ ਬੱਚਾ ਜਾਣ ਲੱਗਾ ਤੇ ਸਿੱਖਾਂ ਨੇ ਉਹਨੂੰ ਰੋਕ ਲਿਆ। ਉਹ ਆਖੇ ਮੈਂ ਜਾਣਾ। ਕਹਿੰਦੇ ਸਤਿਗੁਰਾਂ ਦਾ ਹੁਕਮ ਹੈ ਚੱਲ ਮਹਾਰਾਜ ਜੀ ਨੇ ਤੈਨੂੰ ਸੱਦਿਆ। ਉਸ ਬਾਲਕ ਨੂੰ ਨਾਲ ਲੈ ਕੇ ਤੇ ਉਹ ਸਤਿਗੁਰਾਂ ਕੋਲ ਆ ਗਏ। ਠਾਂਡੋ ਕੀਨ ਹਦੂਰ ਕਿਰਪਾਲਾ ਕਿਰਪਾਲੂ ਸਤਿਗੁਰਾਂ ਦੇ ਸਾਨਮੁਖ ਲਿਆ ਕੇ ਉਸ ਬੱਚੇ ਨੂੰ ਹਾਜ਼ਰ ਕੀਤਾ। ਮਹਾਰਾਜ ਜੀ ਦੇ ਸਾਨਮੁਖ ਲਿਆ ਕੇ ਉਸ ਬੱਚੇ ਨੂੰ ਖੜਾ ਕੀਤਾ। ਦੋਹਰਾ ਬਾਲਕ ਕੋ ਬੂਜਨ ਕੀਓ ਕਿਉ ਨਿੰਦਰਾ ਕੋ ਤਿਆਗ। ਪਾਤਸ਼ਾਹ ਕਹਿਣ ਲੱਗੇ ਬੱਚੇ ਹੇ ਬਾਲਕ ਸਤਿਗੁਰੂ ਜੀ ਪੁੱਛਦੇ ਉਹਨੂੰ ਵੀ ਅੰਮ੍ਰਿਤ ਵੇਲੇ ਦੇ ਸਮੇਂ ਤਾਂ ਬੱਚਿਆਂ ਨੂੰ ਨੀਂਦ ਬੜੀ ਪਿਆਰੀ ਹੁੰਦੀ ਹੈ। ਤੂੰ ਛੋਟੀ ਜੀ ਉਮਰ ਦਾ ਬਾਲਕ ਹੈ ਤੇ ਅੰਮ੍ਰਿਤ ਵੇਲੇ ਤੂੰ ਨੀਂਦ ਛੱਡ ਕੇ ਆਲਸ ਤਿਆਗ ਕੇ ਕਿਉਂ ਆਉਣਾ ਕੀਰਤਨ ਸੁਣਨ। ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲੇ ਆਪਣੀ ਨੀਂਦ ਛੱਡ ਕੇ
ਨਿੰਦਰਾ ਦਾ ਤਿਆਗ ਕਰਕੇ ਆਉਂਦਾ ਹੈ। ਸਵਾ ਜਾਮ ਨਿਸਰੇ ਤੇ ਕਰ ਆਵਤੇ ਅਨੁਰਾਗ। ਤੂੰ ਸਭ ਤੋਂ ਪਹਿਲਾਂ ਪਹੁੰਚ ਜਾਣਾ, ਤੂੰ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ। ਸਾਰੇ ਸਿੱਖ ਸੰਗਤ ਜਿਹੜੀ ਬਾਕੀ ਸੰਗਤ ਹੈ ਉਹ ਹਾਲੇ ਆਉਣੀ ਹੈ, ਤੂੰ ਸਭ ਤੋਂ ਪਹਿਲਾਂ ਹਾਜ਼ਰ ਹੋ ਜਾਣਾ। ਮਹਾਰਾਜ ਜੀ ਕਹਿੰਦੇ ਸਵਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਹੀ ਤੂੰ ਆ ਕੇ ਕੀਰਤਨ ਸੁਣਦਾ। ਤੇਰੇ ਮਨ 'ਚ ਇਹੋ ਜਿਹੀ ਕੀ ਆਈ ਹੈ ਕਿ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਆਉਂਦਾ ਹੈ। ਚੋਪਈ ਹਾਸ ਖੇਲ ਪੁਨ ਸਵਣ ਸੁਖਾਰੇ। ਤੂੰ ਬੜੇ ਅਨੁਰਾਗ ਨਾਲ ਚੱਲ ਕੇ ਆਉਣਾ, ਤੇਰਾ ਹਿਰਦਾ ਬੜੇ ਪ੍ਰੇਮ ਨਾਲ ਭਰਿਆ ਹੁੰਦਾ ਤੇ ਪ੍ਰੇਮ ਨਾਲ ਬਹਿ ਕੇ ਤੂੰ ਕੀਰਤਨ ਸੁਣਦਾ। ਤੇ ਇਹੋ ਜੀ ਉਮਰ ਜਿਹੜੀ ਤੇਰੀ ਹੈ ਇਹ ਤੇ ਬੱਚਿਆਂ ਦੇ ਹੱਸਣ ਖੇਡਣ ਦੀ ਉਮਰ ਹੁੰਦੀ ਹੈ। ਚੌਥਾ ਪਿਆਰ ਉਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ। ਤੁਹਾਡੀ ਉਮਰ ਤਾਂ ਬਾਲਕ ਜੀ ਇਹ ਹੈ, ਖੇਡਣ ਦੀ ਹੱਸਣ ਦੀ ਉਮਰ ਹੈ। ਬਾਲ ਬੈਸ ਮੈਂ ਇਨ ਸੋ ਪਿਆਰੇ। ਤੇ ਸੁੱਖ ਨਾਲ ਸੌਣਾ, ਬੱਚਿਆਂ ਨੂੰ ਤਾਂ ਇਹ ਖਾਣਾ ਖੇਡਣਾ ਤੇ ਸੌਣਾ ਇਹ ਪਿਆਰਾ ਹੁੰਦਾ ਹੈ। ਸੋ ਤਜ ਕੈ ਸਤ ਸੰਗਤ ਮਾਈ। ਤੂੰ ਸਾਰਾ ਕੁਝ ਛੱਡ ਕੇ, ਸਵਣਾ ਛੱਡ ਕੇ, ਨੀਂਦ ਛੱਡ ਕੇ, ਖੇਡਾਂ ਦਾ ਤਿਆਗ ਕਰਕੇ ਆ ਕੇ ਸਤ ਸੰਗਤ ਵਿੱਚ ਬੜੇ ਪ੍ਰੇਮ ਨਾਲ ਕੀਰਤਨ ਸੁਣਦਾ ਹੈ। ਆਵਤ ਵਕਤ ਕੁਸਾਵਤ ਨਾਈ। ਹੋਰ ਆਪਣਾ ਵੇਲਾ ਖੁਜਾਂਦਾ ਨਹੀਂ ਹੈ, ਬੜੇ ਨੇਮ ਨਾਲ ਚੱਲ ਕੇ ਆਉਣਾ, ਆਪਣਾ ਵਕਤ ਖੁੰਝਣ ਨਹੀਂ ਦਿੰਦਾ। ਨਿਤਨੇਮ ਕਹਿੰਦੇ ਹੀ ਉਸ ਨੂੰ ਨੇ ਖਾਲਸਾ ਜੀ ਜਿਹੜਾ ਖੁੰਝੇ ਨਾ, ਜਿਹੜਾ ਖੁੰਝ ਜੇ ਉਹ ਕਾਹਦਾ ਨਿਤਨੇਮ ਹੋਇਆ। ਉਹ ਨਿਤਨੇਮ ਥੋੜੀ ਹੋਇਆ, ਤਾਂ ਕਦੇ ਕਦੇ ਦਾ ਨੇਮ ਹੋਇਆ। ਨਿਤ ਦਾ ਨੇਮ ਤਾਂ ਉਹ ਹੈ ਜਿਹੜਾ ਖੁੰਝੇ ਨਾ ਕਦੇ। ਮਹਾਰਾਜ ਜੀ ਕਹਿੰਦੇ ਤੂੰ ਰੋਜ਼ ਆਉਣਾ ਤੇ ਆਪਣਾ ਵੇਲਾ ਖੁਜਾਂਦਾ ਨਹੀਂ ਹੈ, ਐਨ ਸਮੇਂ ਸਿਰ ਹਾਜ਼ਰ ਹੋ ਜਾਣਾ, ਸਮੇਂ ਸਿਰ ਆ ਕੇ ਬੜੇ ਪ੍ਰੇਮ ਨਾਲ ਕੀਰਤਨ ਸੁਣਦਾ, ਸਮਾਪਤੀ ਹੁੰਦੀ ਤੇ ਚਲਾ ਜਾਣਾ। ਬਾਲਕ ਤਬਈ ਦੁਐ ਕਰ ਜੋਰੇ। ਤੇ ਤੂੰ ਇਹੋ ਜੀ ਉਮਰ ਵਿੱਚ ਤੈਨੂੰ ਇਹ ਰੰਗ ਕਿਵੇਂ ਲੱਗ ਗਿਆ? ਸਤਿਗੁਰੂ ਪੁੱਛਦੇ। ਉਸ ਬੱਚੇ ਨੇ ਕੋਈ ਜ਼ਿਆਦਾ ਉਮਰ ਨਹੀਂ ਸੀ, ਉਸ ਬਾਲਕ ਦੀ 7-8 ਵਰਸ ਦੀ ਬਾਲਕ ਦਾ ਉਸ ਆਯੂ ਸੀ। ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ, ਕਹਿਣ ਲੱਗਿਓ ਸੁਨੀਏ ਪ੍ਰਭ ਮੋਰੇ। ਕਹਿਣ ਲੱਗਾ, ਹੇ ਮੇਰੇ ਪ੍ਰਭੂ, ਹੇ ਮੇਰੇ ਸੁਆਮੀ, ਹੇ ਮੇਰੇ ਮਾਲਕ, ਹੇ ਮੇਰੇ ਪਿਤਾ ਗੁਰਦੇਵ, ਸੁਣੋ, ਮੇਰੇ ਮਨ ਵਿੱਚ ਜਿਵੇਂ ਇਹ ਰੰਗ ਲੱਗਾ ਹੈ, ਮੈਨੂੰ ਜਿਵੇਂ ਇਹ ਚੇਟਕ ਲੱਗੀ ਹੈ, ਉਹਦੇ ਬਾਰੇ ਮੈਂ ਆਪ ਜੀ ਨੂੰ ਦੱਸਦਾ ਹਾਂ। ਇੱਕ ਦਿਨ ਮਾਤਾ ਮੋਏ ਪਠਾਇਆ। ਮਹਾਰਾਜ ਜੀ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਇਹ ਹੁਕਮ ਕਰਕੇ ਭੇਜਿਆ, ਹਿਤ ਆਹਾਰ ਪਾਵਕ ਮੰਗਵਾਇਆ। ਉਹਨੇ ਮੇਰੇ ਕੋਲੋਂ ਲੱਕੜੀਆਂ ਮੰਗਵਾਈਆਂ, ਅੱਗ ਮੰਗਵਾਈ ਵੀ ਭੋਜਨ ਤਿਆਰ ਕਰਨਾ ਤੇ ਜਾ ਗੁਆਂਢ ਚੋਂ ਅੱਗ ਲੈ ਕੇ ਆ। ਬੋਹਰੋ ਮੁਝ ਤੇ ਜਾਏ ਨਾ ਬਾਰੀ। ਤੇ ਮੈਂ ਅੱਗ ਬਾਲਣ ਲੱਗਾ ਤੇ ਮੇਰੇ ਕੋਲੋਂ ਬਾਲੀ ਨਾ ਜਾਵੇ ਅੱਗ। ਮਹਾਰਾਜ ਜੀ ਬੈਠਾ ਸਾਂ ਤੇ ਅੱਗ ਬਾਲਣ ਲੱਗਾ ਤੇ ਮੇਰੇ ਕੋਲੋਂ ਬਾਲੀ ਨਾ ਜਾਵੇ। ਤਬ ਮਾਤਾ ਅਸਗਿਰਾ ਉਚਾਰੀ। ਤੇ ਉਸ ਵੇਲੇ ਮੇਰੀ ਮਾਂ ਨੇ ਮੈਨੂੰ ਇਹ ਗੱਲ ਕਹੀ, ਛੋਟੀ ਸਮਦਾ ਉੱਪਰ ਪਾਏ। ਕਹਿਣ ਲੱਗੀ, ਪੁੱਤਰ ਵੱਡੀ ਲੱਕੜ ਨੂੰ ਨਹੀਂ ਅੱਗ ਲੱਗਣੀ, ਪਹਿਲਾਂ ਆ ਜਿਹੜੀਆਂ ਛੋਟੀਆਂ ਛੋਟੀਆਂ ਲੱਕੜੀਆਂ ਨੇ ਪਤਲੀਆਂ, ਪਹਿਲਾਂ ਇਹ ਉੱਤੇ ਪਾ, ਫਿਰ ਇਹਨਾਂ ਨੂੰ ਅੱਗ ਫੜੇਗੀ, ਫਿਰ ਵੱਡੀਆਂ ਲੱਕੜਾਂ ਨੂੰ ਅੱਗ ਲੱਗੇਗੀ। ਪਹਿਲਾਂ ਇਹ ਛੋਟੀਆਂ ਲੱਕੜਾਂ ਨੇ ਜਿਹੜੀਆਂ ਇਹ ਬਾਲ ਇਹ ਬਲਣਗੀਆਂ। ਤਿੰਨ ਪਰ ਦੀਰਘ ਦੀਜੈ ਲਾਏ। ਪਹਿਲਾਂ ਇਹ ਛੋਟੀਆਂ ਲੱਕੜਾਂ ਲਾ, ਇਹ ਜਦੋਂ ਬਲਣਗੀਆਂ ਫਿਰ ਇਹਨਾਂ ਉੱਤੇ ਵੱਡੀਆਂ ਲੱਕੜੀਆਂ ਲਾ ਦੇਵੇ। ਸੁਣ ਕੇ ਸੀਖ ਬਾਰ ਮੈਂ ਦੀਨੀ। ਮਾਤਾ ਦੀ ਸਿੱਖਿਆ ਸੁਣ ਕੇ ਮੈਂ ਉਸੇ ਤਰ੍ਹਾਂ ਕੀਤਾ, ਛੋਟੀਆਂ ਲੱਕੜਾਂ ਲਾਈਆਂ ਤੇ ਝੱਟ ਉਹਨਾਂ ਨੂੰ ਅੱਗ ਲੱਗ ਗਈ। ਉੱਤੇ ਫਿਰ ਵੱਡੀਆਂ ਲੱਕੜਾਂ ਰੱਖੀਆਂ ਤੇ ਅੱਗ ਬਲ ਗਈ। ਬਿਖ ਗਿਣਤੀ ਉਰ ਭਈ ਨਵੀਨੀ। ਇਹ ਸਭ ਕੁਝ ਵੇਖ ਕੇ ਮਹਾਰਾਜ ਜੀ ਮੇਰੇ ਮਨ 'ਚ ਖਿਆਲ ਆਇਆ, ਮੇਰੇ ਮਨ ਵਿੱਚ ਇਉਂ ਗਿਣਤੀ ਚੱਲੀ, ਅਗਨ ਕਾਲ ਕੋ ਏਕ ਸੁਭਾਉ। ਕਿ ਅੱਗ ਦਾ ਤੇ ਮੌਤ ਦਾ ਇੱਕੋ ਜਿਹਾ ਹੀ ਸੁਭਾਅ ਹੈ। ਅੱਗ ਦਾ ਔਰ ਜਿਹੜੀ ਮੌਤ ਹੈ ਦੋਨਾਂ ਦਾ ਇੱਕੋ ਹੀ ਸੁਭਾਅ ਹੈ। ਛੋਟਾ ਵੱਡਾ ਨ ਜਾਣਤ ਕਾਉ। ਅੱਗ ਇਹ ਨਹੀਂ ਵੇਖਦੀ ਵੀ ਇਹ ਲੱਕੜ ਛੋਟੀ ਹੈ ਕਿ ਵੱਡੀ ਹੈ, ਤੇ ਮੌਤ ਵੀ ਇਹ ਨਹੀਂ ਵੇਖਦੀ ਵੀ ਇਹ ਬੱਚਾ ਹੈ ਕਿ ਬੁੱਢਾ ਹੈ। ਇਹਦੇ ਵਾਸਤੇ ਤਾਂ ਸਾਰੇ ਇੱਕ ਸਮਾਨ ਨੇ।
ਸਾਰੇ ਇੱਕ ਬਰਾਬਰ ਨੇ ਅੱਗ ਦੇ ਵਾਸਤੇ, ਲੱਕੜੀਆਂ ਛੋਟੀਆਂ ਵੱਡੀਆਂ, ਤੇ ਮੌਤ ਵਾਸਤੇ ਬਾਲਕ ਬੁੱਢੇ ਸਭ ਇੱਕ ਸਮਾਨ ਹਨ। ਇਕ ਸਮ ਸਭ ਕੋ ਖਾਏ ਸੋ ਜਾਈ। ਇਹ ਮੌਤ ਇੱਕ ਸਮ ਸਭ ਨੂੰ ਖਾ ਜਾਣ ਵਾਲੀ ਹੈ, ਭੱਖ ਜਾਣ ਵਾਲੀ ਹੈ। ਮੈਂ ਕੈਸੇ ਹੂੰ ਹੋਤ ਬਚਾਈ। ਔਰ ਜਦੋਂ ਮੌਤ ਆਉਂਦੀ ਹੈ ਮਹਾਰਾਜ, ਫਿਰ ਇਹਦੇ ਤੋਂ ਕਿਸੇ ਵੀ ਪ੍ਰਕਾਰ ਨਾਲ ਬਚਾ ਨਹੀਂ ਹੋ ਸਕਦਾ, ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਤੁਮਰੇ ਦਰਸ਼ਨ ਕੇਰ ਪ੍ਰਭਾਵਾ। ਸਤਿਗੁਰੂ ਜੀ, ਮੈਂ ਤੁਹਾਡੇ ਦਰਸ਼ਨ ਕਰਦਾ ਸਾਂ, ਤੁਹਾਡੇ ਦਰਸ਼ਨਾਂ ਦਾ ਇਹ ਪ੍ਰਭਾਵ ਹੈ। ਅਸ ਵਿਚਾਰ ਮੇਰੇ ਮਨ ਆਵਾ। ਇਹ ਵਿਚਾਰ ਮੇਰੇ ਮਨ ਵਿੱਚ ਆਈ ਹੈ ਤੇ ਤੁਹਾਡੇ ਦਰਸ਼ਨਾਂ ਦੇ ਪ੍ਰਭਾਵ ਕਰਕੇ ਆਈ ਹੈ ਕਿ ਮੌਤ ਦਾ ਕਿਆ ਪਤਾ ਕਦੋਂ ਆ ਜਾਏ। ਭਾਵੇਂ ਬਾਲਕ ਆ, ਇਹ ਸਮਾਂ ਸਫਲ ਕਰ ਲਵਾਂ ਜਿੰਨਾ ਮਿਲਿਆ ਹੈ। ਮਹਾਰਾਜ, ਤੁਹਾਡੇ ਦਰਸ਼ਨਾਂ ਦੇ ਪ੍ਰਭਾਵ ਨਾਲ ਮੈਨੂੰ ਇਹ ਅਕਲ ਆਈ ਹੈ, ਮੈਨੂੰ ਇਹ ਮੱਤ ਆ ਗਈ ਹੈ ਕਿ ਪਾਤਸ਼ਾਹ, ਲੱਕੜਾਂ ਛੋਟੀਆਂ ਵੀ ਬਲ ਜਾਂਦੀਆਂ ਹਨ, ਮੌਤ ਦਾ ਕਿਆ ਪਤਾ, ਉਹ ਤਾਂ ਬਾਲਕਾਂ ਨੂੰ ਵੀ ਲੈ ਜਾਂਦੀ ਹੈ। ਉਸ ਮੌਤ ਦਾ ਦਿਨ ਆਵੇ, ਉਹਦੇ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਕੇ ਸੁਰਖਰੂ ਹੋ ਜਾਵਾਂ। ਹਾਂਜੀ, ਸੰਗ ਮਾਤ ਕੇ ਅਸ ਮੈਂ ਪ੍ਰਾਹੀ। ਉਸ ਵਕਤ ਮੈਂ ਆਪਣੀ ਮਾਤਾ ਦੇ ਨਾਲ ਇਹ ਬਚਨ ਕਿਹਾ। ਤਰਨ ਬੈਸ ਹੋਵੇ ਕੈ ਨਾਈ। ਮੈਂ ਪੁੱਛਿਆ, ਮਾਤਾ ਜਵਾਨੀ ਆਉਂਦੀ ਹੈ ਕਿ ਨਹੀਂ? ਕੋ ਜਾਣੇ ਲਗੂ ਹੀ ਮਰ ਜਾਵੋ। ਮਾਤਾ, ਕਿਆ ਪਤਾ ਜਵਾਨੀ ਆਵੇ ਕਿ ਨਾ ਆਵੇ, ਮੈਂ ਛੋਟਾ ਬੱਚਾ ਹੁੰਦਾ ਹੀ ਮਰ ਜਾ, ਇਸ ਅਵਸਥਾ ਵਿੱਚ, ਇਸ ਬਾਲਕ ਪੁਣੇ ਵਿੱਚ ਹੀ ਮਰ ਜਾਵਾਂ। ਕਿਆ ਪਤਾ ਜਵਾਨੀ ਆਵੇ ਕਿ ਨਾ ਆਵੇ। ਤਾਂ ਤੇ ਸ਼੍ਰੀ ਪ੍ਰਭ ਕੇ ਗੁਣ ਗਾਵੋ। ਇਸ ਕਰਕੇ ਮਾਂ, ਅੰਮ੍ਰਿਤ ਵੇਲੇ ਮੇਰੀ ਸਾਧਨਾ ਸ਼ੁਰੂ ਕਰਾ। ਮੈਂ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਦੇ ਚਰਨਾਂ 'ਚ ਜਾਣਾ ਔਰ ਸਾਧਨਾ ਕਰਦਿਆਂ, ਸੰਗਤ ਕਰਦਿਆਂ ਆਪਣਾ ਸਮਾਂ ਬਤੀਤ ਕਰਨਾ ਹੈ। ਜਾਨ ਕਾਲ ਕੋ ਡਰ ਸਿਰ ਭਾਰੀ। ਮਹਾਰਾਜ ਜੀ, ਕਾਲ ਦਾ ਡਰ ਸਮਝ ਕੇ, ਮੌਤ ਦਾ ਖੌਫ ਆਪਣੇ ਹਿਰਦੇ 'ਚ ਸਮਝ ਕੇ ਵੀ ਪਤਾ ਨਹੀਂ ਕਦੋਂ ਆ ਜਾਏ, ਇਸ ਕਰਕੇ ਮਹਾਰਾਜ ਜੀ ਮੈਂ ਸਵੇਰ ਉੱਠ ਕੇ ਅੰਮ੍ਰਿਤ ਵੇਲੇ ਨੀਂਦ ਤਿਆਗ ਕੇ ਚਰਨਾਂ ਵਿੱਚ ਆਉਣਾ ਤੁਹਾਡੇ ਔਰ ਕੀਰਤਨ ਸੁਣਦਾ ਹਾਂ। ਮੌਤ ਦਾ ਭੈ ਕਿੱਥੇ ਮਹਾਰਾਜ ਜੀ ਸਵਣ ਦਿੰਦਾ, ਜਦੋਂ ਡਰ ਹੋਵੇ ਉਦੋਂ ਕਿੱਥੇ ਨੀਂਦ ਆਉਂਦੀ ਹੈ। ਜਦੋਂ ਮੌਤ ਦਾ ਭੈ ਹੋਵੇ ਸਿਰ ਤੇ, ਫਿਰ ਨੀਂਦ ਕਿੱਥੇ, ਕਿ ਪਤਾ ਨਹੀਂ ਕਦੋਂ ਆ ਜਾਏ। ਇਸ ਕਰਕੇ ਮਹਾਰਾਜ, ਮੈਂ ਸੁਰਖਰੂ ਹੋਣ ਲਈ ਤੁਹਾਡੇ ਚਰਨਾਂ 'ਚ ਅੰਮ੍ਰਿਤ ਵੇਲੇ ਆਉਂਦਾ ਹਾਂ। ਪਰਿਓ ਰਹੋ ਮੈਂ ਸ਼ਰਨ ਤੁਮਾਰੀ। ਔਰ ਆ ਕੇ ਤੁਹਾਡੇ ਚਰਨਾਂ ਦੀ ਸ਼ਰਨ 'ਚ ਪਿਆ ਰਹਿੰਦਾ ਹਾਂ। ਤਜ ਕੈ ਨੀਂਦ ਸੁਨੋ ਪ੍ਰਭ ਗਾਥਾ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਸਾਰੀ ਨੀਂਦ ਤਿਆਗ ਕੇ ਆ ਕੇ ਤੁਹਾਡੀ ਗਾਥਾ ਸੁਣਦਾ, ਕੀਰਤਨ ਸੁਣਦਾ ਹਾਂ। ਅਸ ਕੈ ਪੁਨ ਬੰਦੇ ਜਗਨਾਥਾ। ਕਿਉਂ ਕਹਿ ਕਿ ਉਸ ਬੱਚੇ ਨੇ 8-10 ਸਾਲ ਦਾ ਉਹ ਬੱਚਾ ਹੋਵੇਗਾ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਜਗਤਨਾਥ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦਾ ਹੈ। ਐ ਛਿਨ ਸੰਗਤ ਸੁਨ ਸਿਸ ਬਾਣੀ। ਜਿੰਨੀ ਸੰਗਤ ਬੈਠੀ ਸੀ, ਸਭ ਸੰਗਤ ਨੇ ਜਦੋਂ ਉਸ ਬਾਲਕ ਦੀ ਇਹ ਬਾਣੀ ਸੁਣੀ, ਸਰਬ ਰਹੀ ਹਿਰਦੇ ਬਿਸਮਾਨੀ। ਸਭ ਹੈਰਾਨ ਹੋ ਗਏ। ਰੰਗ ਲੱਗਣ ਦੀ ਬਾਤ ਹੈ, ਕਿਸੇ ਅਵਸਥਾ ਵਿੱਚ ਵੀ ਲੱਗ ਸਕਦਾ ਹੈ। ਪ੍ਰਭੂ ਦੀ ਲਾਗ ਲੱਗਣ ਦਾ ਸਮਾਂ ਕੋਈ ਨਹੀਂ ਵੀ ਕਿਸੇ ਖਾਸ ਉਮਰ 'ਚ ਲੱਗੇਗਾ, ਕਦੇ ਵੀ ਲੱਗ ਸਕਦਾ ਹੈ। ਕਿਸੇ ਨੂੰ ਬਾਲਕ ਪੁਣੇ 'ਚ ਲੱਗ ਸਕਦਾ ਹੈ, ਕਿਸੇ ਨੂੰ ਜਵਾਨੀ 'ਚ ਲੱਗ ਸਕਦਾ ਹੈ, ਲੱਗੇ ਤੇ ਕਿਸੇ ਨੂੰ ਬੁਢੇਪੇ ਵਿੱਚ ਵੀ ਲੱਗ ਸਕਦਾ ਹੈ। ਇਸ ਕਰਕੇ ਪ੍ਰਭੂ ਦਾ ਰੰਗ ਲੱਗ ਜਾਏ ਕਿਸੇ ਤਰੀਕੇ, ਕਦੇ ਲੱਗ ਜਾਏ, ਗੁਰੂ ਚਰਨਾਂ ਅੱਗੇ ਬੇਨਤੀ ਕਰਨੀ ਚਾਹੀਏ ਕਿ ਮਹਾਰਾਜ, ਮੌਤ ਦਾ ਦਿਨ ਆਵੇ, ਉਸ ਦਿਨ ਤੋਂ ਪਹਿਲਾਂ ਸਾਡੇ ਹਿਰਦੇ 'ਚ ਸੁਰਖਰੂ ਭਾਵ ਹੋਵੇ, ਪਛਤਾਵੇ ਦੀ ਬਿਰਤੀ ਨਾ ਹੋਵੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਅਜਾਈਂ ਬਤੀਤ ਕਰਕੇ ਜਾ ਰਹੇ ਹਾਂ। ਇਹ ਮੰਗ ਗੁਰੂ ਕੇ ਸਿੱਖ ਨੂੰ ਗੁਰੂ ਚਰਨਾਂ 'ਚੋਂ ਕਰਨੀ ਚਾਹੀਏ। ਜਦੋਂ ਇਸ ਬਾਲਕ ਨੇ ਗੱਲਾਂ ਕਹੀਆਂ, ਜਿੰਨੀ ਸੰਗਤ ਸੀ ਸਭ ਨੇ ਸੁਣੀਆਂ। ਸੁਣ ਕੇ ਸਭ ਅਸਚਰਜ ਹੋਏ
ਅਲਪ ਬੈਸ ਸਤ ਸੰਗ ਮਜਾਰੀ। ਕਿ ਛੋਟੀ ਉਮਰ ਦੇ ਵਿੱਚ ਇਹ ਬੱਚਾ ਸਤ ਸੰਗਤ ਵਿੱਚ ਆਉਂਦਾ ਹੈ। ਨਿਰਮਲ ਕੀਨੀ ਸੁਮਤ ਵਿਚਾਰੀ। ਇਹਦੀ ਮਤ ਨਿਰਮਲ ਹੋ ਗਈ ਹੈ, ਇਹ ਸ੍ਰੇਸ਼ਟ ਮਤ ਦਾ ਧਾਰਨੀ ਹੋ ਗਿਆ ਹੈ। ਦੇਖ ਜਗਤ ਧੰਦੇ ਲਪਟਾਇਓ। ਇਹ ਉਹ ਵੀ ਲੋਕ ਨੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਸੰਸਾਰ ਦੇ ਧੰਦਿਆਂ 'ਚ ਹੀ ਲਪਟੇ ਰਹਿੰਦੇ ਆ। ਉਹਨਾਂ ਦੇ ਹਿਰਦਿਆਂ ਵਿੱਚੋਂ ਸੰਸਾਰ ਦੇ ਧੰਦੇ ਤੇ ਵਿਕਾਰ ਛੁੱਟਦੇ ਹੀ ਨਹੀਂ। ਨਿਸ ਦਿਨ ਰਾਤ ਦਿਨ ਤਿਨਾਂ ਦੇ ਹਿਰਦਿਆਂ 'ਚ ਸੰਸਾਰ ਦੇ ਧੰਦੇ ਚੇਤੇ ਰਹਿੰਦੇ ਹਨ। ਮਾਇਆ ਮੋਹ ਸਰਬ ਬਿਰਮਾਇਓ। ਮਾਇਆ ਦੇ ਮੋਹ ਨੇ ਸੰਸਾਰ ਦੇ ਸਮਸਤ ਪ੍ਰਾਣੀਆਂ ਨੂੰ ਬਿਰਮਾਇਓ ਕਹੀਏ ਭਰਮਾਇਆ ਹੋਇਆ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਉਹ ਹਰ ਵੇਲੇ ਮਨ ਵਿੱਚ ਚਿੱਤ ਵਿੱਚ ਇਹੀ ਭਰਮ ਬਣਿਆ ਰਹਿੰਦਾ ਹੈ। ਦੇਨੇ ਹੇਤ ਭਲੋ ਉਪਦੇਸ਼ਾ। ਮਨ ਮਾਇਆ ਮੈਂ ਫਦ ਰਹਿਓ ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀ। ਤੇ ਹਾਲਤ ਹੈ ਜੀਵਾਂ ਦੀ ਮਨੁੱਖਾਂ ਦੀ। ਤਿਨਾਂ ਮਨੁੱਖਾਂ ਨੂੰ ਜਿਨ੍ਹਾਂ ਅੰਦਰ ਇਹ ਬਿਰਤੀ ਆ ਧੰਦਿਆਂ ਪ੍ਰਤੀ, ਧੰਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਸਦਬੁੱਧੀ ਦੇਣ ਲਈ, ਉਹਨਾਂ ਨੂੰ ਸਮੱਤ ਦੇਣ ਲਈ, ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪੰਨਿਓ ਸ਼ਬਦ ਤਬ ਸ਼੍ਰੀ ਜਗਤੇਸ਼ਾ। ਜਗਤ ਦੇ ਈਸ਼ਵਰ ਸਤਿਗੁਰਾਂ ਨੇ ਰਾਮ ਕਲੀ ਦੀ ਵਾਰ ਦਾ ਪਾਵਨ ਸ਼ਲੋਕ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਸ਼ਲੋਕ ਨਾਨਕ ਏਓ ਜੀਉ ਮਛਲੇ ਜੀਵਰ ਤ੍ਰਿਸ਼ਨਾ ਕਾਲ। ਪਾਤਸ਼ਾਹ ਫਰਮਾਉਂਦੇ ਹਨ, ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ, ਇਹੋ ਜੀਓ ਮਛਲੀ। ਆ ਜਿਹੜਾ ਜੀਵ ਹੈ ਇਹ ਮੱਛੀ ਦੇ ਤੁਲ ਹੈ। ਮੱਛੀ ਫੜਨ ਵਾਸਤੇ ਚੀਵਰ ਹੁੰਦਾ ਨਾ, ਉਹ ਜਾਲ ਪਾ ਲੈਂਦਾ ਤੇ ਮੱਛੀਆਂ ਨੂੰ ਪਕੜ ਕੇ ਜਾਲ 'ਚ ਫਸਾ ਕੇ ਮਾਰ ਮੁਕਾਉਂਦਾ। ਕਹਿੰਦੇ ਜਿਹੜੀ ਤ੍ਰਿਸ਼ਨਾ ਹੈ ਨਾ ਜੀਵ ਦੇ ਅੰਦਰ ਲੱਗੀ ਹੋਈ ਤੇ ਕਾਲ, ਇਹ ਚੀਵਰ ਨੇ। ਔਰ ਆ ਜਿਹੜਾ ਜੀਓ ਹੈ ਇਹ ਮੱਛੀ ਦੇ ਮਨਿੰਦ ਹੈ। ਔਰ ਤ੍ਰਿਸ਼ਨਾ ਤੇ ਕਾਲ ਦੋਵੇਂ ਨੂੰ ਜਾਲ 'ਚ ਫਸਾਉਣ ਵਾਲੇ ਹਨ। ਮਨੁਆ ਅੰਧ ਨ ਚੇਤਈ ਪੜੈ ਅਚਿੰਤਾ ਜਾਲ। ਇਹ ਮਨ ਕਰਕੇ ਅੰਨੇ ਮਨੁੱਖ ਨੂੰ ਕੁਝ ਨਹੀਂ ਸੁਝਦਾ, ਕੁਝ ਨਹੀਂ ਸਮਝਦਾ, ਏ ਚੇਤਦਾ ਨਹੀਂ ਪਰਮੇਸ਼ਰ ਨੂੰ। ਇਹ ਅਚਿੰਤੇ ਹੀ, ਇਹਨੂੰ ਪਤਾ ਵੀ ਨਹੀਂ ਹੁੰਦਾ ਕਿ ਇੰਨੇ ਨੂੰ ਜਾਲ ਦੇ ਵਿੱਚ ਫਸ ਜਾਂਦਾ ਹੈ ਔਰ ਇਹ ਮੌਤ ਦੇ ਵਸ ਹੋ ਕੇ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਅਚਿੰਤੇ ਹੀ ਜਾਲ, ਜਿਵੇਂ ਮੱਛੀ ਨੂੰ ਤੈਰਦਿਆਂ ਨੂੰ ਅਚਿੰਤੇ ਜਾਲ ਪੈ ਜਾਂਦਾ ਹੈ, ਏਦਾਂ ਅਚਿੰਤੇ ਜਾਲ ਆ ਪਿਆ। ਨਾਨਕ ਚੇਤੇ ਅਚੇਤ ਹੈ ਚਿੰਤਾ ਬੱਧਾ ਜਾਏ। ਮਹਾਰਾਜ ਜੀ ਕਹਿੰਦੇ ਚਿੱਤ ਦੇ ਵਿੱਚ ਅਚੇਤਪੁਣਾ ਹੁੰਦਾ ਵੀ ਇਹ ਚੇਤਦਾ ਹੀ ਨਹੀਂ ਪਰਮੇਸ਼ਰ ਨੂੰ, ਤੇ ਅਖੀਰ ਨੂੰ ਚਿੰਤਾ ਵਿੱਚ ਬੱਧਾ ਹੋਇਆ ਹੀ ਇਹ ਸੰਸਾਰ ਤੋਂ ਚਲਾ ਜਾਂਦਾ ਹੈ। ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਉਹ ਪਰਮੇਸ਼ਰ ਆਪਣੀ ਨਦਰ ਕਰ ਦੇਵੇ, ਨਦਰ, ਤਾਂ ਜਦੋਂ ਉਹਦੀ ਨਦਰ ਹੁੰਦੀ ਹੈ ਨਾ, ਉਹਦੀ ਦਇਆ ਦ੍ਰਿਸ਼ਟੀ ਹੁੰਦੀ ਹੈ, ਤਾਂ ਉਹਦੀ ਨਦਰ ਨਾਲ ਫਿਰ ਇਹ ਉਹਦੇ ਵਿੱਚ ਜਾ ਕੇ ਮਿਲ ਕੇ ਅਭੇਦ ਹੋ ਜਾਂਦਾ। ਉਹ ਆਪ ਹੀ ਮਿਲਾ ਲੈਂਦਾ ਆਪਣੇ ਨਾਲ ਜਦੋਂ ਨਦਰ ਕਰਦਾ ਹੈ। ਉਹਦੀ ਨਦਰ ਤੋਂ ਬਿਨਾਂ ਨਹੀਂ ਖੇਡ ਬਣਦੀ। ਨਦਰ ਕਰੇ ਤਾਂ ਸਿਮਰਿਆ ਜਾਏ। ਜਦੋਂ ਪਰਮੇਸ਼ਰ ਨਦਰ ਕਰਦਾ ਨਾ, ਉਦੋਂ ਅਕਾਲ ਪੁਰਖ ਦਾ ਸਿਮਰਨ ਹੁੰਦਾ ਹੈ। ਉਹਦੀ ਨਦਰ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ ਉਹ ਚੇਤੇ ਵੀ ਨਹੀਂ ਆਉਂਦਾ। ਜਦੋਂ ਵਾਹਿਗੁਰੂ ਕਹਿੰਦੇ ਹੋ ਨਾ ਰਸਨਾ ਤੋਂ ਸਮਝ ਲਓ ਉਹਦੀ ਨਦਰ ਹੋਈ ਆ ਤਾਂ ਵਾਹਿਗੁਰੂ ਕਿਹਾ। ਜੇ ਉਹਦੀ ਨਦਰ ਨਾ ਹੁੰਦੀ ਤਾਂ ਅਸੀਂ ਆਪਣੇ ਸਾਹਿਬ ਦਾ ਨਾਂ ਆਪਣੀ ਰਸਨਾ ਤੋਂ ਕਹਿ ਹੀ ਨਾ ਪਾਉਂਦੇ। ਜਦੋਂ ਕਹਿੰਦੇ ਹੋ ਧੰਨ ਗੁਰੂ ਤੇਗ ਬਹਾਦਰ ਸਾਹਿਬ, ਤਾਂ ਸਮਝ ਲਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਦਰ ਕੀਤੀ ਹੈ ਤਾਂ ਮੂੰਹ ਤੋਂ ਕਿਹਾ ਗਿਆ, ਨਹੀਂ ਤਾਂ ਸਾਰਾ ਦਿਨ ਲੰਘ ਜਾਂਦਾ, ਕਦੇ ਨਹੀਂ ਕਿਹਾ ਜਾਂਦਾ ਵਾਹਿਗੁਰੂ। ਜਦੋਂ ਵੀ ਕਹਿ ਹੋਵੇ ਸਮਝ ਲਓ ਉਹਦੀ ਨਦਰ ਹੋ ਗਈ ਹੈ। ਇੱਕਦਮ ਚੁਕੰਨੇ ਹੋ ਜਾਓ, ਇੱਕਦਮ ਸਾਵਧਾਨ ਹੋ ਜਾਓ, ਉਹਦੀ ਨਦਰ ਹੋ ਰਹੀ ਹੈ। ਉਹਦੇ ਵੱਲ ਆਪਣਾ ਧਿਆਨ ਕੇਂਦਰਿਤ ਕਰ ਲੈਣਾ ਚਾਹੀਏ। ਇਹੋ ਗੁਰਮੁਖ ਸਾਧਨਾ ਕਰਦੇ ਹਨ। ਤੋ ਅਕਾਲ ਪੁਰਖ ਪਰਮੇਸ਼ਰ ਜਦੋਂ ਨਦਰ ਕਰਦਾ ਹੈ,
ਨਿਰੰਕਾਰ ਦੀ ਨਜ਼ਰ ਜਦੋਂ ਜਦੋਂ ਵਰਤਦੀ ਹੈ ਤਾਂ ਉਹ ਆਪਣੇ ਆਪ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਦੋਹਰਾ ਸੁਨ ਸਭ ਨਰ ਗੁਰ ਕੇ ਬਚਨ ਭਏ ਭਜਨ ਰਤ ਸੋਏ। ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਜਦੋਂ ਸਭ ਨੇ ਸੁਣੇ, ਸੁਣ ਕੇ ਸਭ ਦੇ ਹਿਰਦਿਆਂ ਦੇ ਵਿੱਚ ਸ਼ਾਂਤੀ ਵਰਤੀ, ਸਭ ਦੇ ਹਿਰਦਿਆਂ 'ਚ ਪਰਮੇਸ਼ਰ ਦੇ ਭਜਨ ਦਾ ਰੰਗ ਬਣ ਆਇਆ। ਆਤਮ ਗਿਆਨ ਵਿਚਾਰਹੀ ਜਿਸ ਤੇ ਸਭ ਸੁਖ ਹੋਏ। ਆਤਮਾ ਦੇ ਗਿਆਨ ਦੀ ਵਿਚਾਰ ਕਰਦੇ ਹਨ ਜਿਸ ਨਾਲ ਸਭ ਨੂੰ ਸਮਤ ਦਾ ਦਾਨ ਪ੍ਰਾਪਤ ਹੋ ਰਿਹਾ ਹੈ। ਚੋਪਈ ਕਿਰਪਾ ਦ੍ਰਿਸ਼ਟ ਕਰ ਇਉ ਜਗ ਸਾਈ। ਇਉਂ ਜਗਤ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਆਪਣਿਆਂ ਸੇਵਕਾਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਹਨ। ਮਨੁਜ ਅਨੇਕਨ ਭਗਤ ਦ੍ਰਿੜਾਈ। ਅਨੇਕਾਂ ਮਨੁੱਖਾਂ ਨੂੰ ਮਹਾਰਾਜ ਜੀ ਨੇ ਭਗਤੀ ਦ੍ਰਿੜ ਕਰਵਾਈ ਹੈ। ਅਨੇਕਾਂ ਮਾਨਵਾਂ ਨੂੰ ਸਤਿਗੁਰੂ ਜੀ ਨੇ ਭਗਤੀ ਦ੍ਰਿੜ ਕਰਵਾਈ ਹੈ। ਇੱਕ ਦਿਨ ਬੈਠੇ ਜਲਦ ਬਬੇਕੂ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜਲਦ ਵਿਵੇਕੂ ਵਿਵੇਕ ਦੇ ਅਥਾਹ ਸਮੁੰਦਰ ਪਾਤਸ਼ਾਹ ਜੀ ਬੈਠੇ ਸਨ। ਮੂਲਾ ਕੀੜ ਨਾਮ ਨਰ ਏਕੂ। ਇੱਕ ਨਰ ਹੈ ਜਿਹਦਾ ਨਾਮ ਹੈ ਭਾਈ ਮੂਲਾ ਕੀੜ। ਭਾਈ ਗੁਰਦਾਸ ਜੀ ਨੇ ਇਹਦਾ ਜ਼ਿਕਰ ਕੀਤਾ ਆਪਣੀਆਂ ਵਾਰਾਂ 'ਚ। ਇਹ ਭਾਈ ਮੂਲਾ ਕੀੜ, ਇੱਕ ਭਾਈ ਮੂਲਾ ਉਹ ਸੀ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਨਾਲ ਕਰਾੜਾਂ ਦੋਸਤੀ। ਇੱਕ ਮੂਲਾ ਇਹ ਹੈ, ਇਹਦਾ ਨਾਮ ਹੈ ਭਾਈ ਮੂਲਾ ਕੀੜ। ਗੁਰ ਸਮੀਪ ਚੱਲ ਕੈ ਸੋ ਆਇਓ। ਸਤਿਗੁਰਾਂ ਦੀ ਵਡਿਆਈ ਸੁਣੀ, ਗੁਰੂ ਸਾਹਿਬ ਜੀ ਦੀ ਸੋਭਾ ਸੁਣੀ, ਪਾਤਸ਼ਾਹ ਦੀ ਸੋਭਾ ਸੁਣ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਇਹ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸ਼ਾਂਤ ਪਈ ਮਨ ਦਰਸ਼ਨ ਪਾਇਓ। ਦਰਸ਼ਨ ਕਰਦਿਆਂ ਹੀ ਮਨ ਨੂੰ ਸ਼ਾਂਤੀ ਮਿਲ ਗਈ। ਜਦੋਂ ਦਰਸ਼ਨ ਕੀਤੇ ਆ ਕੇ, ਦਰਸ਼ਨ ਕਰਦਿਆਂ ਹੀ ਹਿਰਦਾ ਸ਼ਾਂਤ ਹੋ ਗਿਆ। ਔਰ ਵਿਕਾਰ ਸਭ ਨਾਸੇ ਐਸੇ। ਹਿਰਦੇ ਦੇ ਜਿਤਨੇ ਵਿਕਾਰ ਸਨ ਨਸ ਗਏ। ਮਨ ਦੇ ਸਾਰੇ ਵਿਕਾਰ ਨਸ਼ਟ ਭ੍ਰਸ਼ਟ ਹੋ ਗਏ। ਪਾਵਸ ਹੋਤ ਜਵਾਸੋ ਜੈਸੇ। ਜਿਵੇਂ ਮੀਂਹ ਪੈਂਦਿਆਂ ਜਵਾਸੇ ਦਾ ਬੂਟਾ ਸੜ ਜਾਂਦਾ ਨਾ, ਇਉਂ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਵਿਕਾਰ ਨਸ ਗਏ। ਬੰਦ ਹਾਥ ਬੋਲਿਓ ਇਹ ਅਰਥਾ। ਭਾਈ ਮੂਲਾ ਕੀੜ ਜੀ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਬੇਨਤੀ ਕਰਦਿਆਂ, ਮੋਏ ਬਤਾਵੋ ਪ੍ਰਭੂ ਸਮਰੱਥਾ। ਹੇ ਸਮਰੱਥ ਪ੍ਰਭੂ, ਹੇ ਸਮਰੱਥ ਗੁਰਦੇਵ, ਮੈਂ ਤੁਹਾਡੇ ਪਾਸੋਂ ਕੁਝ ਅਰਥ ਸਮਝਣੇ ਹਨ। ਚੰਚਲ ਚੀਤ ਨ ਜਾਏ ਤਮਾਸ਼ੇ। ਮਹਾਰਾਜ ਇਹ ਜਿਹੜਾ ਚੰਚਲ ਚੇਤਾ ਇਹ ਤਮਾਸ਼ਿਆਂ ਵੱਲ ਭੱਜਦਾ ਹੈ। ਇਹਦਾ ਸੁਭਾਅ ਹੈ ਜਿੱਥੇ ਤਮਾਸ਼ਾ ਵੇਖਦਾ ਉੱਥੇ ਨੱਠ ਜਾਂਦਾ। ਕਿਤੇ ਦੋ ਜਣੇ ਆਪਸ ਵਿੱਚ ਉੱਚਾ ਬੋਲ ਵੀ ਰਹੇ ਹੋਣ, ਆਲੇ ਦੁਆਲੇ ਕਈਆਂ ਦੀ ਭੀੜ ਲੱਗ ਜਾਂਦੀ, ਵੇਖੋ ਤਮਾਸ਼ਾ ਕੀ ਕਰਦੇ ਹੈ। ਕਿਤੇ ਦੋ ਲੜ ਰਹੇ ਹੋਣ ਤਾਂ ਖਲੋ ਜਾਂਦਾ। ਕਿਸੇ ਦੇ ਘਰ ਵਿੱਚ ਕੁਝ ਹੋ ਰਿਹਾ ਤਾਂ ਵੇਖਣ ਵਾਸਤੇ ਉਮੜ ਆਉਂਦਾ। ਇਹ ਨੇਤਰ ਹਮੇਸ਼ਾ ਤਮਾਸ਼ਾ ਵੇਖਣਾ ਚਾਹੁੰਦੇ ਹੈ। ਇਹ ਚੰਚਲ ਚੀਤ ਨਾ ਰਹੀ ਠਾਏ, ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਹਿੰਦਾ। ਮਹਾਰਾਜ ਕਿਰਪਾ ਕਰਕੇ ਦੱਸੋ ਇਹ ਚੰਚਲ ਚਿੱਤ ਕਿਵੇਂ ਠਹਿਰੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਸੁਣ ਕੇ ਮੂਲੇ ਕੀੜ ਦੀ ਬੇਨਤੀ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਇਹ ਸੂਖਸ਼ਮ ਭੇਦ ਨੇ ਕਥਾ ਦੇ ਆਉਣ ਵਾਲੇ ਸਮੇਂ 'ਚ ਜਿਹੜੇ ਪ੍ਰਸੰਗਾਂ ਵਿੱਚ ਆਉਣੇ ਨੇ। ਸਾਡੇ ਸਾਰਿਆਂ ਦੇ ਮਨਾਂ ਦੇ ਸਵਾਲ ਨੇ ਕਈ ਤਰ੍ਹਾਂ ਦੇ, ਉਹਨਾਂ ਦੇ ਜਵਾਬ ਇਸ ਕਥਾ ਦੇ ਵਿੱਚੋਂ ਨਾਲੋਂ ਨਾਲ ਮਿਲਦੇ ਹਨ। ਜੋ ਉਸ ਵੇਲੇ ਉਹਨਾਂ ਸਿੱਖਾਂ ਨੇ ਸਵਾਲ ਕੀਤੇ ਉਹ ਅੱਜ ਵੀ ਸਾਡੇ ਦਿਲਾਂ ਵਿੱਚ ਹਨ। ਉਹਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਬਖਸ਼ ਰਹੇ ਨੇ। ਆਉਣ ਵਾਲੇ ਸਮੇਂ 'ਚ ਆਪ ਜੀ ਇਹ ਕਥਾ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬਮੈ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਤ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹਿ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਹੈ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਇਹ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਸਾਹਿਬ ਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਨ ਰਾਖੀ ਮੈਨੇ, ਜਿਨ ਕਨ ਰਾਖੀ ਮੇਰੀ। ਆਨੰਦ ਗੁਣ ਦਾਨ ਗੁਰੂ ਬਨਵਾਜ, ਗੁਰੂ ਗਰੇ ਬਨਵਾਜ, ਗੁਰੂ ਗਰੇ ਬਨਵਾਜ। ਭਾਰੇ ਪੁਜਾਨ ਕੋ ਭਾਰੇ ਭਰੋਸੋ ਜੀ, ਭਾਰੇ ਪੁਜਾਨ ਭਾਰੇ ਭਰੋਸੋ, ਭਾਰੇ ਪੁਜਾਨ ਭਾਰੇ ਭਰੋਸੋ। ਜਾ ਕਲ ਮੈਂ ਸਭ ਕਾਲ ਕਿਰਪਾਨ ਕੇ, ਜਾ ਕਲ ਮੈਂ ਸਭ ਕਾਲ ਕਿਰਪਾਨ ਕੇ, ਭਾਰੇ ਉਧਾਨ ਕੋ ਭਾਰੇ ਭਰੋਸੋ, ਭਾਰੇ ਪੁਧਾਨ ਭਾਰੇ ਭਰੋਸੋ। ਭਾਰੇ ਪੁਧਾਨ ਕੋ ਭਾਰੇ ਭਰੋਸੋ, ਕਲ ਮੈਂ ਸਭ ਕਾਲ ਕਿਰਪਾਨ ਕਿਆ, ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੇ ਉਧਾਰ